ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਮਾਧਿਅਮ ਰਾਹੀਂ ਦੇਸਾਂ ਵਿਦੇਸਾਂ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪ ਜੀ ਅੰਮ੍ਰਿਤ ਗੁਰ ਤੇ ਪਾਇਆ ਪ੍ਰੋਗਰਾਮ ਲੈ ਕੇ ਆਪ ਦੇ ਸਨਮੁਖ ਹੋਏ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਚਮਕਦਾ ਸਿਤਾਰਾ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਦੀ ਕਿਰਪਾ ਸਦਕਾ ਹੋਣਹਾਰ ਬੱਚੀ ਬੇਟੀ ਮਨ ਸੁਖਪ੍ਰੀਤ ਕੌਰ ਖਾਲਸਾ। ਸੋ ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ ਜੋ ਅੱਜ ਚੈਨਲ ਵਿੱਚ ਆਏ ਹਨ। ਸੋ ਅਸੀਂ ਉਹਨਾਂ ਨੂੰ ਚੈਨਲ ਤੇ ਜੀ ਆਇਆਂ ਆਖਦੇ ਹੋਏ ਫਤਿਹ ਦੀ ਸਾਂਝ ਪਾਉਂਦੇ ਹਾਂ। ਸੋ ਬੇਟਾ ਮਨ ਸੁਖਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਆਪ ਜੀ ਸਾਰੇ ਇਹਨਾਂ ਨੂੰ ਜਾਣਦੇ ਹੋ, ਫਿਰ ਵੀ ਮੈਂ ਆਪ ਜੀ ਨੂੰ ਦੱਸਦਾ ਜਾਵਾਂ। ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਗੁਰਸਿੱਖੀ ਦੀ ਦਾਤ ਬੜੇ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਸੋ ਕਿੰਨੇ ਕੁ ਚੰਗੇ ਕਰਮ ਕੀਤੇ ਹੋਣ। ਮਹਾਂਪੁਰਸ਼ ਆਖਿਆ ਕਰਦੇ ਸੀ, ਇੱਕ ਬੜਾ ਵੱਡਾ ਬੋੜ ਹੋਵੇ ਜਿੰਨੇ ਉਹਦੇ ਪੱਤੇ ਹੁੰਦੇ ਨੇ, ਜੇ ਇੰਨੇ ਚੰਗੇ ਕਰਮ ਕੀਤੇ ਹੁਣ ਮਨੁੱਖਾ ਜਨਮ ਮਿਲਦਾ ਹੈ। ਜਿੰਨੀਆਂ ਉਸ ਬੋੜ ਨੂੰ ਗੋੜਾਂ ਲੱਗਦੀਆਂ ਨੇ, ਜੇ ਇੰਨੇ ਚੰਗੇ ਕਰਮ ਕੀਤੇ ਹੁਣ ਤਾਂ ਗੁਰਸਿੱਖਾਂ ਘਰ ਜਨਮ ਮਿਲਦਾ ਹੈ। ਜਨਮ ਮਨੁੱਖਾ ਮਿਲ ਜਾਣਾ ਗੁਰਸਿੱਖਾਂ ਦੇ ਘਰ ਵਿੱਚ ਮਿਲ ਗਿਆ, ਤੇ ਜਿਹੜਾ ਆਮ ਜਨਮ ਮਿਲਿਆ ਉਸ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਵਿਸਥਾਰ ਵਿੱਚ ਨਾ ਜਾਵਾਂ। ਤੇ ਮਹਾਂਪੁਰਸ਼ ਆਖਦੇ ਉਹ ਗੋਲਾਂ ਵਿੱਚ ਇੱਕ ਛੋਟੇ ਛੋਟੇ ਬੀਜ ਹੁੰਦੇ ਨੇ, ਖਸਖਸ ਦੇ ਦਾਣੇ ਵਰਗੇ। ਗਿਣਤੀ ਕਰਨੀ ਬੜੀ ਔਖੀ ਜੇ ਕਰ ਲਈ ਜਾਵੇ। ਜਿੰਨੇ ਪੂਰਬਲੇ ਜਨਮ ਵਿੱਚ ਇੰਨੇ ਚੰਗੇ ਸ੍ਰੇਸ਼ਟ ਕਰਮ ਕੀਤੇ ਹੋਣ ਤੇ ਇਹ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਐਸੇ ਹੋਣਹਾਰ ਬੱਚੇ, ਸਤਿਗੁਰੂ ਜੀ ਦੀ ਕਿਰਪਾ ਨਾਲ ਜੇ ਮਾਂ ਪਿਓ ਦੇ ਸੰਸਕਾਰ ਚੰਗੇ ਨੇ, ਗੁਰਸਿੱਖੀ ਹੈ, ਤਾਂ ਐਸੀਆਂ ਬਖਸ਼ੀਆਂ ਰੂਹਾਂ ਮਿਲਦੀਆਂ ਨੇ। ਜਿਸ ਮਾਂ ਪਿਓ ਦੀ ਤਪੱਸਿਆ, ਜਿਨ੍ਹਾਂ ਨੇ ਭਜਨ ਬੰਦਗੀ ਕੀਤੀ ਹੈ ਤੇ ਗੁਰੂ ਸਾਹਿਬਾਂ ਦੇ ਅਸੂਲਾਂ ਵਿੱਚ ਦ੍ਰਿੜ ਨੇ ਬਾਣੇ ਦੇ ਵਿੱਚ ਐਸੀਆਂ ਬਖਸ਼ੀਆਂ ਅੱਜ ਵੀ ਰੂਹਾਂ ਹਨ ਜਿਹੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਨੇ ਆਪ, ਜਿਹੜੇ ਆਪ ਤਾਂ ਤਰੇ ਹੀ ਹਨ, ਦੂਜਿਆਂ ਨੂੰ ਵੀ ਤਾਰਦੇ ਹਨ। ਸੋ ਐਸੀਆਂ ਬਖਸ਼ੀਆਂ ਹੋਈਆਂ ਰੂਹਾਂ ਜਿਹੜੇ ਮਾਤਾ ਪਿਤਾ ਨੇ ਬੜੀ ਬੰਦਗੀ ਕਰਕੇ ਉਸ ਮਾਲਕ ਅੱਗੇ ਅਰਦਾਸਾਂ ਕਰਕੇ ਸੋ ਇਹ ਬੱਚੀ ਦਾ ਜਨਮ ਹੋਇਆ। 2.5 ਕੁ ਸਾਲ ਦੀ ਉਮਰ ਦੇ ਵਿੱਚ ਇਸ ਬੱਚੀ ਨੇ ਮੂਲ ਮੰਤਰ ਗੁਰ ਮੰਤਰ 10 ਗੁਰੂ ਸਾਹਿਬਾਂ ਦੇ ਨਾਮ, 5 ਪਿਆਰਿਆਂ ਦੇ ਨਾਮ ਯਾਦ ਕੀਤੇ। ਅਜੇ ਉਮਰ 3 ਕੁ ਸਾਲ ਦੀ ਹੋਈ ਹੈ। ਆਪ ਆਖ ਕੇ ਉਹ ਅੰਮ੍ਰਿਤ ਦੀ ਦਾਤ ਮੰਗੀ, ਜਿਹੜੀ ਅੰਮ੍ਰਿਤ ਦੀ ਦਾਤ ਸਾਡੀ ਉਮਰ ਲੰਘ ਜਾਂਦੀ, ਅਸੀਂ ਉਡੀਕਦੇ ਰਹਿੰਦੇ ਨਹੀਂ, ਅਗਲੇ ਸਾਲ ਕਰਦਿਆਂ ਸਮਾਂ ਲੰਘ ਜਾਂਦਾ, ਉਮਰ ਬੀਤ ਜਾਂਦੀ ਹੈ। ਉਹ ਅੰਮ੍ਰਿਤ ਦੀ ਦਾਤ 3 ਸਾਲ ਦੀ ਉਮਰ ਵਿੱਚ ਬੜਾ ਹੱਠ ਕਰਕੇ ਮਾਤਾ ਪਿਤਾ ਨੂੰ ਕਹਿ ਕੇ ਕਿ ਮੈਂ ਅੰਮ੍ਰਿਤ ਛਕਣਾ। ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕੇ ਬਾਣੀ ਦੇ ਧਾਰਨ ਹੋ ਗਏ 5 ਕਕਾਰਾਂ ਦੇ, ਤੇ ਹੁਣ ਨਾਲ ਦੇ ਨਾਲ ਬਾਣੀਆਂ ਯਾਦ ਕੀਤੀਆਂ। ਥੋੜੇ ਸਮੇਂ ਵਿੱਚ 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ, 2 ਬਾਣੀਆਂ ਸ਼ਾਮ ਦੀਆਂ, 7 ਬਾਣੀਆਂ ਕੰਠ ਕਰ ਲਈਆਂ। ਅਜੇ ਉਮਰ 4 ਸਾਲ ਦੀ ਹੋਈ ਹੈ। ਕੋਈ ਪਿਛਲੀ ਬੰਦਗੀ ਹੈ, ਆਪ ਕਹਿ ਕੇ ਗੁਰਬਾਣੀ ਦਾ ਸਹਿਜ ਪਾਠ ਪ੍ਰਾਰੰਭ ਕਰ ਲਿਆ। ਸੋ ਗੁਰੂ ਸਵਾਰਿਓ ਧਿਆਨ ਦਿਓ, ਜਿਹੜਾ ਇੱਥੋਂ ਦਾ ਬੋਰਨ ਬੱਚਾ ਹੋਵੇ, ਉਮਰ 4 ਸਾਲ ਦੀ ਹੋਵੇ, ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ, ਜਿਹੜੀ ਕਿ ਗੁਰਮੁਖੀ ਪੰਜਾਬੀ ਆਮ ਇੰਡੀਆ ਵਿੱਚ ਵੀ 6 ਸਾਲ ਦੇ ਬੱਚੇ ਨੂੰ ਸ਼ੁਰੂ ਕਰਦੇ ਨੇ ਪੜ੍ਹਾਉਣੀ, ਤੇ 4 ਸਾਲ ਦੀ ਉਮਰ ਵਿੱਚ ਸਹਿਜ ਪਾਠ ਪ੍ਰਾਰੰਭ ਕਰ ਦੇਣਾ। ਕਿੱਡੀ ਕੁ ਵੱਡੀ ਬਖਸ਼ਿਸ਼ ਹੋਵੇਗੀ। ਹੌਲੀ ਹੌਲੀ ਪਾਠ ਕਰਦਿਆਂ, ਉਸ ਪਾਠ ਨੂੰ ਕਰਦਿਆਂ 2 ਸਾਲ ਦਾ ਸਮਾਂ ਲੱਗਾ। 6 ਸਾਲ ਦੀ ਉਮਰ ਜਦੋਂ ਹੋਈ, ਸਾਰਾ ਪਾਠ ਸੰਪੂਰਨ ਹੋਇਆ ਤੇ ਉਸ ਪਾਠ ਦਾ ਭੋਗ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਪਾਇਆ ਗਿਆ, ਜਿਸ ਦੀ ਫੋਟੋ ਵੀ ਤੁਸੀਂ ਬੇਟਾ ਜੀ ਦਿਖਾਓਗੇ ਸੰਗਤਾਂ ਨੂੰ। ਸੋ ਦਰਬਾਰ ਸਾਹਿਬ, ਮੰਜੀ ਸਾਹਿਬ ਜੋ ਉਹ ਭੋਗ ਪਾਇਆ ਗਿਆ, ਆਪ ਜੀ ਦੇਖ ਰਹੇ ਹੋ। ਸਤਿਗੁਰੂ ਜੀ ਦੀ ਐਡੀ ਵੱਡੀ ਬਖਸ਼ਿਸ਼ ਕੇਵਲ 6 ਸਾਲ ਦੀ ਉਮਰ ਵਿੱਚ। ਸੋ ਇਸ ਦੇ ਨਾਲ ਹੀ ਭੋਗ ਪਾ ਕਰਕੇ ਦੁਬਾਰਾ ਫਿਰ ਸਹਿਜ ਪਾਠ ਪ੍ਰਾਰੰਭ ਕਰ ਦਿੱਤਾ ਗਿਆ। ਜਿਹੜਾ ਪਾਠ ਹੁਣ ਕਿੰਨੇ ਅੰਗ ਤੇ ਕੀਤਾ ਮਨ ਸੁਖਪ੍ਰੀਤ ਕੌਰ? 705। ਸੋ ਮੱਧ ਤੱਕ ਪਾਠ ਉਹ ਵੀ ਕਰ ਦਿੱਤਾ ਹੈ। 705 ਤੱਕ ਦੁਬਾਰਾ ਰੱਖਿਆ ਹੋਇਆ ਪਾਠ ਵੀ ਕਰ ਦਿੱਤਾ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਲ ਹੋਰ ਸ਼ਬਦ, ਗੁਰਬਾਣੀਆਂ, ਇਤਿਹਾਸ ਨੂੰ ਯਾਦ ਕਰਨਾ, ਕੀਰਤਨ ਕਰਨਾ, ਘੋੜ ਸਵਾਰੀ ਕਰਨੀ। ਤੁਸੀਂ ਦੇਖਦੇ ਹੋ ਘੋੜ ਸਵਾਰੀ ਵੀ ਬੱਚੀ ਕਰ ਰਹੀ ਹੈ। ਇੱਥੇ ਰਹਿੰਦਿਆਂ ਹੋਇਆਂ ਘਰ ਵਿੱਚ
ਘੋੜਾ ਰੱਖੇ ਨੇ ਜਿਨ੍ਹਾਂ ਦੀ ਸਵਾਰੀ ਲਾਇਕ ਕਰਦੀ ਹੈ ਪੁਰਾਤਨ ਸਿੱਖਾਂ ਦਾ। ਜਿਸ ਤਰ੍ਹਾਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੀ, ਇਸੇ ਤਰ੍ਹਾਂ ਹੀ ਇੰਡੀਆ ਜਾ ਕੇ ਜਿਹੜੀ ਯਾਤਰਾ ਕੀਤੀ ਉਸ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੋ ਬੱਚੀ ਦੇਖੋ ਸੁਸ਼ੋਭਿਤ ਹੈ, ਮਹਾਰਾਜ ਦੀ ਕਿਰਪਾ ਹੈ, ਬੜੀ ਵੱਡੀ ਬਖਸ਼ਿਸ਼ ਹੈ। ਸੋ ਸਤਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋਈ, ਜੇ ਇਉਂ ਕਹਿ ਲਈਏ ਅੱਜ 88 ਬਾਣੀਆਂ ਇਸ ਬੱਚੀ ਨੂੰ ਯਾਦ ਨੇ, ਇੰਨੇ ਸ਼ਬਦ ਯਾਦ ਨੇ, 7 ਬਾਣੀਆਂ ਕੰਠ ਨੇ। ਸੋ ਅਸੀਂ ਇਹ ਵੇਖਣਾ ਹੈ ਕਿ ਜੇ 7 ਸਾਲ ਦੀ ਬੱਚੀ 7 ਸਾਲ ਕੁਝ ਸਮਾਂ ਕੁਝ ਮਹੀਨਿਆਂ ਦੀ ਹੈ, ਇੰਨਾ ਕੁਝ ਯਾਦ ਕਰਦੀ ਹੈ, ਸਾਡੀ ਉਮਰ ਲੰਘ ਚੱਲੀ ਹੈ, ਅਸੀਂ ਕੀ ਯਾਦ ਕੀਤਾ? ਕਈਆਂ ਨੂੰ 10 ਸਾਲ ਹੋ ਗਏ ਨੇ ਅੰਮ੍ਰਿਤ ਛਕੇ ਨੂੰ। ਜਦੋਂ ਉਹਨਾਂ ਨੂੰ ਪੁੱਛਿਆ ਜਾਵੇ ਕੀ ਤੁਹਾਡੇ ਨਿਤਨੇਮ ਕੰਠ ਹੈ ਜੀ? ਨਹੀਂ ਜੀ, ਅਜੇ ਜਾਪ ਸਾਹਿਬ ਭੁੱਲਦਾ, ਅਜੇ ਰਹਿ ਰਸ ਭੁੱਲ ਜਾਂਦੀ। ਕਿਉਂ ਭੁੱਲ ਜਾਂਦੀ ਹੈ? ਸਾਡਾ ਧਿਆਨ ਨਹੀਂ। ਜੇ ਅਸੀਂ ਲਗਾਤਾਰ ਬਾਣੀ ਨੂੰ ਬੋਲ ਕੇ ਮਨ ਲਾ ਕੇ ਪੜ੍ਹੀਏ, ਖਿਆਲ ਕਰੋ 1 ਸਾਲ ਦੇ ਵਿੱਚ ਸਾਰਾ ਨਿਤਨੇਮ ਯਾਦ ਹੋ ਜਾਂਦਾ। ਜੇ ਰੋਜ਼ਾਨਾ ਨਿਤਨੇਮ ਦਾ ਮਤਲਬ ਹੀ ਇਹ ਹੋਇਆ ਵੀ ਨਾਗਾ ਨਹੀਂ ਪਾਉਣਾ, ਨਿਤਨੇਮ, ਨਿਤ ਦੇ ਕਰਨ ਵਾਲੀ ਨੇਮ ਇੱਕ ਕਸਮ ਹੈ, ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਯਾਦ ਹੋ ਜਾਂਦਾ। ਕਦੀ ਵੀ ਨਾਗਾ ਨਾ ਪਾਇਆ ਜਾਵੇ, ਨਾ ਪਾਉਣਾ ਚਾਹੀਦਾ। ਜਿਸ ਬੱਚੀ ਨੂੰ ਯਾਦ ਹੋ ਸਕਦਾ, ਸਾਨੂੰ ਕਿਉਂ ਨਹੀਂ? ਸਾਡੇ ਬੱਚਿਆਂ ਨੂੰ, ਸਾਨੂੰ ਬਲਕਿ ਬੱਚਿਆਂ ਨੂੰ ਨਹੀਂ, ਸਾਨੂੰ ਇਸ ਬੱਚੀ ਤੋਂ ਸਿੱਖਿਆ ਲੈਣੀ ਪਵੇਗੀ। ਨਾਲ ਦੀ ਨਾਲ ਹੋਰ ਬਹੁਤ ਕੁਝ ਸਤਿਗੁਰੂ ਜੀ ਦੀ ਕਿਰਪਾ ਹੈ। ਸੋ ਹੁਣ ਮੈਂ ਬੱਚੀ ਤੋਂ, ਅੱਜ ਇਤਿਹਾਸ ਵਿੱਚ ਬਾਬਾ ਬੁੱਢਾ ਜੀ ਦਾ ਵਿਸ਼ੇਸ਼ ਸਥਾਨ ਹੈ। ਬਾਬਾ ਬੁੱਢਾ ਜੀ ਉਹ ਮਹਾਨ ਬਖਸ਼ਿਸ਼ ਜਿਨ੍ਹਾਂ ਨੇ 8 ਗੁਰੂਆਂ ਦੇ ਦਰਸ਼ਨ ਕੀਤੇ ਤੇ 6ਵੇਂ ਪਾਤਸ਼ਾਹ ਤੱਕ ਗੁਰਗੱਦੀ ਦਾ ਤਿਲਕ ਲਾਉਣ ਦੀ ਮਾਣ ਪ੍ਰਾਪਤ ਹੋਇਆ। ਤੇ ਮੈਂ ਅੱਜ ਬਾਬਾ ਬੁੱਢਾ ਜੀ ਬਾਰੇ, ਸੋ ਮਨ ਸੁਖਪ੍ਰੀਤ ਕੌਰ, ਤੁਸੀਂ ਬਾਬਾ ਬੁੱਢਾ ਜੀ ਬਾਰੇ ਜਾਣਦੇ ਹੋ? ਸੰਗਤਾਂ ਨੂੰ ਕੀ ਦੱਸੋਗੇ? ਬਾਬਾ ਬੁੱਢਾ ਜੀ ਕੌਣ ਸਨ? ਕਿੱਥੇ ਜਨਮ ਹੋਇਆ? ਕਦੋਂ ਹੋਇਆ? ਬਾਬਾ ਬੁੱਢਾ ਜੀ ਬਾਰੇ ਅੱਜ ਸੰਗਤਾਂ ਨੂੰ ਦੱਸਣਾ ਕਰੋ। ਬੇਟੀ ਮਨ ਸੁਖਪ੍ਰੀਤ ਕੌਰ ਖਾਲਸਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਅਨੰਦ ਸੇਵਕ, ਆਗਿਆ ਅਨੁਸਾਰੀ, ਗੁਰੂ ਨਿਸ਼ਠਾਧਾਰੀ, ਨਿਮਰਤਾ ਦੇ ਪੁੰਜ, ਨਿਰਭਉ ਨਿਰਵੈਰ ਅਤੇ ਨਿਰਅਹੰਕਾਰੀ, ਉਪਕਾਰੀ ਦੀ ਪਿਆਰੀ ਮੂਰਤਮਾਨ ਵਿੱਚ ਮੂਰਤੀਮਾਨ ਹੁੰਦੀ ਹੈ। ਮਹਾਨ ਸੇਵਕ ਬਾਬਾ ਬੁੱਢਾ ਜੀ ਦਾ ਜਨਮ ਪਿਤਾ ਭਾਈ ਸੁਖਾ ਜੀ ਰੰਧਾਵਾ ਜੱਟ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਪਾਵਨ ਕੁੱਖੋਂ 22 ਅਕਤੂਬਰ 1506 ਈਸਵੀ ਨੂੰ ਪਿੰਡ ਕੱਥੂ ਨੰਗਲ ਵਿਖੇ ਹੋਇਆ ਸੀ। 12 ਸਾਲਾਂ ਦੀ ਉਮਰ ਵਿੱਚ ਜਦ ਮੱਝਾਂ ਉਚਾਰ ਰਹੇ ਸਨ ਤਾਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਪ੍ਰੇਮ ਸਹਿਤ ਦੁੱਧ ਚੋ ਕੇ ਭੇਟਾ ਕੀਤੀ ਅਤੇ ਬੇਨਤੀ ਕੀਤੀ ਕਿ ਮੈਨੂੰ ਮੌਤ ਤੋਂ ਬਹੁਤ ਹੀ ਡਰ ਲੱਗਦਾ ਹੈ। ਗੁਰੂ ਸਾਹਿਬ ਨੇ ਕਿਹਾ, ਬੇਟੇ ਤੇਰੀ ਉਮਰ ਤਾਂ ਖੇਡਣ ਕੁੱਦਣ ਦੀ ਹੈ। ਪਰ ਆਪ ਜੀ ਨੇ ਆਖਿਆ ਕਿ ਜਦ ਮੇਰੀ ਮਾਂ ਚੁੱਲ੍ਹੇ ਵਿੱਚ ਅੱਗ ਬਾਲਦੀ ਹੈ, ਪਹਿਲਾਂ ਛੋਟੀਆਂ ਲੱਕੜਾਂ ਧਰਦੀ ਹੈ ਅਤੇ ਕਹਿੰਦੀ ਹੈ ਇਹਨਾਂ ਨੂੰ ਅੱਗ ਪਹਿਲਾਂ ਲੱਗਦੀ ਹੈ, ਅਤੇ ਮੈਨੂੰ ਮੇਰੇ ਖਿਆਲ ਚ ਆਉਂਦਾ ਹੈ ਕਿ ਮੌਤ ਵੀ ਛੋਟਿਆਂ ਨੂੰ ਪਹਿਲਾਂ ਆਉਂਦੀ ਹੈ। ਗੁਰੂ ਸਾਹਿਬ ਨੇ ਕਿਹਾ, ਬੇਟੇ ਤੂੰ ਤਾਂ ਬੜਾ ਸਿਆਣਾ ਹੈ, ਤੇਰਾ ਨਾਮ ਕੀ ਹੈ? ਆਪ ਜੀ ਨੇ ਆਖਿਆ, ਮੇਰਾ ਨਾਮ ਬੂੜਾ ਹੈ। ਗੁਰੂ ਸਾਹਿਬ ਨੇ ਕਿਹਾ, ਬੂੜਾ ਨਹੀਂ, ਤੂੰ ਤਾਂ ਬਾਬਾ ਬੁੱਢਾ ਹਾਂ। ਇਸ ਦਿਨ ਤੋਂ ਬਾਅਦ ਇਹ ਨਾਮ ਪ੍ਰਸਿੱਧ ਹੋ ਗਿਆ ਅਤੇ ਬਾਬਾ ਜੀ ਗੁਰੂ ਚਰਨਾਂ ਵਿੱਚ ਕਰਤਾਰਪੁਰ ਹੀ ਆ ਗਏ। ਮਾਤਾ ਅਤੇ ਪਿਤਾ ਨੇ ਆਪਣੀ ਪੁੱਤਰ ਲਈ ਵਿਆਹ ਦੀ ਗੱਲ ਕਈ ਵਾਰ ਤੋਰੀ, ਪਰ ਆਪ ਜੀ ਨੇ ਨਾ ਹੀ ਕਰ ਦਿੱਤੀ। ਅਖੀਰ ਵਿਖੇ ਉਹਨਾਂ ਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਵਿਆਹ ਦੀ ਆਗਿਆ ਬਖਸ਼ੋ। ਗੁਰੂ ਜੀ ਤੋਂ ਆਗਿਆ ਲੈ ਕੇ 1538 ਈਸਵੀ ਨੂੰ 32 ਸਾਲ ਉਮਰ ਬੀਬੀ ਮਰੋਆ ਨਾਲ ਵਿਆਹ ਕੀਤਾ ਗਿਆ। ਵਿਆਹ ਵਿੱਚ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਸ਼ਾਮਲ ਹੋਏ। ਆਪ ਜੀ ਦੇ ਗ੍ਰਹਿ ਵਿਖੇ 4 ਪੁੱਤਰ ਹੋਏ, ਭਾਈ ਸੁਧਾਰੀ, ਭਿਖਾਰੀ, ਮਹਿਮੂ ਅਤੇ ਭਾਈ ਭਾਨਾ ਜੀ। 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਅਤੇ ਭਾਈ ਲਹਿਣਾ ਜੀ ਨੂੰ ਅਗਲੇ ਗੁਰੂ ਥਾਪਿਆ। ਉਹਨਾਂ ਦਾ ਨਾਂ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਰੱਖਿਆ। ਗੁਰੂ ਦੀ ਸਥਾਪਨਾ ਦੀ ਮਰਿਆਦਾ ਬਾਬਾ ਬੁੱਢਾ ਜੀ ਨੇ ਨਿਭਾਈ।
ਸੋ ਆਪ ਜੀ ਨੇ ਇਹ ਜ਼ਿੰਮੇਵਾਰੀ 6ਵੇਂ ਪਾਤਸ਼ਾਹ ਤੱਕ ਨਿਭਾਉਂਦੀ ਰਹੀ ਅਤੇ ਆਪ ਜੀ ਦੀ ਵੰਸ਼ੀ ਇਹ ਮਹਾਨ ਜ਼ਿੰਮੇਵਾਰੀ ਕਲਗੀਧਰ ਦਸ਼ਮੇਸ਼ ਪਿਤਾ ਤੱਕ ਨਿਭਾਉਂਦੀ ਰਹੀ। ਸੋ ਪੰਜਵੇਂ ਪਾਤਸ਼ਾਹ ਨੇ ਸਰੋਵਰ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ। ਇਹ ਜ਼ਿੰਮੇਵਾਰੀ ਬਾਬਾ ਜੀ ਨੇ ਬੇਰੀ ਹੇਠ ਬੈਠ ਕੇ ਨਿਭਾਈ, ਜਿਹੜੀ ਕਿ ਅੱਜ ਕੱਲ੍ਹ ਬੇਰ ਬਾਬਾ ਬੁੱਢਾ ਜੀ ਦੇ ਨਾਮ ਤੇ ਪ੍ਰਸਿੱਧ ਹੈ। ਇੱਥੇ ਹੀ ਆਪ ਜੀ ਨੇ ਵਜ਼ੀਰ ਖਾਨ ਦਾ ਜਲੋਦਰ ਦਾ ਰੋਗ ਕਾਰ ਸੇਵਾ ਵਾਲੀ ਟੋਕਰੀ ਮਾਰ ਕੇ ਠੀਕ ਕੀਤਾ। ਜਦ ਸ੍ਰੀ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਪਹਿਲਾ ਹੁਕਮਨਾਮਾ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖ ਅਚੁਤ ਅਬਿਨਾਸੀ ਜਿਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਵੇਸਰ ਨਾਨਕ ਨਾਮ ਤੇ ਆਇਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਆਪ ਜੀ ਨੇ ਸੰਗਤਾਂ ਨੂੰ ਧੀਜ ਦਿੱਤੀ ਕਿ ਆਪ ਜੀ ਨੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਖਰੀ ਵਿਦਿਆ ਪੜ੍ਹਾਈ ਅਤੇ ਸ਼ਾਸਤਰ ਵਿਦਿਆ ਸਿਖਾਈ। ਆਪ ਜੀ 125 ਸਾਲ ਉਮਰ ਸਫਲੀ ਕਰਕੇ ਜੋਤੀ ਜੋਤ ਸਮਾ ਗਏ। ਬਾਬਾ ਜੀ ਦਾ ਖਾਹਿਸ਼ ਸੀ ਕਿ ਅੰਤਮ ਸਮੇਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋਣ, ਜੋ ਕਿ ਅੰਤਰਜਾਮੀ ਗੁਰੂ ਸਾਹਿਬ ਜੀ ਨੇ ਦਰਸ਼ਨ ਦੇ ਕੇ ਪੂਰੀ ਕੀਤੀ। ਬਾਬਾ ਜੀ ਦਾ ਸਮੁੱਚਾ ਜੀਵਨ ਸਾਰੇ ਸਿੱਖਾਂ ਲਈ ਇੱਕ ਜੀਵਨ ਜਾਂਚ ਦਾ ਉੱਤਮ ਨਮੂਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸੰਵਰਨ ਕਰ ਰਹੇ ਸੀ 12 ਸਾਲ ਦੀ ਉਮਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ ਤੇ ਆਖਿਆ ਜੀ ਮੈਨੂੰ ਮੌਤ ਤੋਂ ਡਰ ਲੱਗਦਾ। ਪਿਆਰਿਓ, ਉਸ ਰੱਬ ਨੂੰ ਚੇਤੇ ਕਰਨ ਵਾਸਤੇ ਜੇ ਮੌਤ ਯਾਦ ਹੈ ਤਾਂ ਰੱਬ ਚੇਤੇ ਆਉਂਦਾ। ਸੋ ਹਰ ਬੰਦੇ ਨੂੰ ਹਰ ਇਨਸਾਨ ਨੂੰ ਦੋ ਚੀਜ਼ਾਂ ਹਰ ਸਮੇਂ ਹਰ ਘੜੀ ਹਰ ਪਲ ਚੇਤੇ ਰੱਖਣੀਆਂ ਚਾਹੀਦੀਆਂ ਨੇ, ਇੱਕ ਮੌਤ ਤੇ ਇੱਕ ਰੱਬ ਦਾ ਨਾਮ। ਮੌਤ ਚੇਤੇ ਹੈ ਤਾਂ ਹੀ ਰੱਬ ਦਾ ਨਾਮ ਚੇਤੇ ਆਵੇਗਾ। ਗੁਰਬਾਣੀ ਦਾ ਫੈਸਲਾ ਹੈ ਹਰ ਜਪਦੇ ਆ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹੁ ਆਵੇ ਕਿ ਨਾ ਆਵੇ ਰਾਮ। ਉਸ ਪ੍ਰਮਾਤਮਾ ਨੂੰ ਸਦਾ ਚੇਤੇ ਰੱਖ। ਤੈਨੂੰ ਇਹ ਨਹੀਂ ਪਤਾ ਤੇਰਾ ਅਗਲਾ ਆਉਣਾ ਹੈ ਜਾਂ ਨਹੀਂ ਆਉਣਾ। ਐਸੀਆਂ ਅਨਮੋਲ ਐਸੇ ਬਚਨ ਸੁਣ ਕੇ ਮਹਾਰਾਜ ਨੇ ਆਖਿਆ ਤੂੰ ਬੂੜਾ ਨਹੀਂ ਤੂੰ ਬੁੱਢਾ ਹੈ। ਬਾਬਾ ਬੁੱਢਾ ਜੀ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਆ ਕੇ ਐਸੀ ਸੇਵਾ ਨਿਭਾਈ। 125 ਸਾਲ ਦੀ ਉਮਰ ਹੋਈ ਹੈ। 113 ਸਾਲ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਕਮਾਈ ਹੈ। ਐਸੇ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਆਮ ਸੰਗਤਾਂ ਆਖਦੀਆਂ ਧੰਨ ਧੰਨ ਬਾਬਾ ਬੁੱਢਾ ਜੀ ਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸੋ ਪਾਵਨ ਪਵਿੱਤਰ ਬਖਸ਼ਿਸ਼ ਜੋ ਮਾਤਾ ਗੰਗਾ ਜੀ ਆਪ ਜਾਣਦੇ ਹੋ। 5ਵੇਂ ਪਾਤਸ਼ਾਹ ਦੀ ਸ਼ਾਦੀ ਤੋਂ ਬਾਅਦ ਕਾਫੀ ਸਾਲ ਸੋ ਔਲਾਦ ਨਹੀਂ ਹੋਈ, ਪਰ ਦੁਨੀਆ ਵਿੱਚ ਰਹਿਣ ਵਾਸਤੇ ਦੁਨੀਆ ਵਾਲੇ ਲੋਕ ਬਹੁਤ ਗੱਲਾਂ ਕਰਦੇ ਨੇ। ਸੋ ਇੱਕ ਦਿਨ ਪ੍ਰਿਥੀ ਚੰਦ ਦੇ ਘਰ ਵਾਲੀ ਕਰਮੋਂ ਨੇ ਜਦੋਂ ਸਾਡੇ ਮਾਤਾ ਜੀ ਨੂੰ ਜਗਨ ਮਾਤਾ ਗੰਗਾ ਜੀ ਨੂੰ ਐਸੀ ਬੋਲੀ ਮਾਰੀ ਕਿ ਤੁਹਾਡੇ ਕਿਹੜੇ ਕੋਈ ਔਲਾਦ ਹੈ, ਗੁਰਗੱਦੀ ਤੁਸੀਂ ਸਾਂਭ ਲਈ ਹੈ ਤਾਂ ਤੁਲਸੀ ਔਤਰੇ ਹੀ। ਐਸਾ ਕਠੋਰ ਬਚਨ ਕਿਹਾ। ਯਾਦ ਰੱਖੋ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਨੂੰ ਐਸੀ ਬੋਲੀ ਨਹੀਂ ਮਾਰਨੀ ਚਾਹੀਦੀ। ਉਸ ਮਾਲਕ ਤੋਂ ਡਰਨਾ ਚਾਹੀਦਾ ਜੋ ਮਾਲਕ ਦੇਣਾ ਜਾਣਦਾ ਹੈ ਲੈਣਾ ਵੀ ਜਾਣਦਾ ਹੈ। ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ। ਜਦੋਂ ਆਖਿਆ ਤੁਹਾਡੇ ਘਰ ਔਲਾਦ ਨਹੀਂ ਤੁਸੀਂ ਉਤਰੇ ਹੋ, ਮਾਤਾ ਜੀ ਦੇ ਸੋ ਨੇਤਰਾਂ ਵਿੱਚੋਂ ਨੀਰ ਆਇਆ। ਸਤਿਗੁਰੂ ਜੀ ਨੇ ਦੇਖਿਆ ਗੰਗਾ ਕੀ ਗੱਲ ਹੈ, ਮਹਾਰਾਜ ਕਿਰਪਾ ਕਰੋ ਆਪਣੇ ਘਰ ਵੀ ਔਲਾਦ ਚਾਹੀਦੀ ਹੈ। ਗੰਗਾ ਮਨ ਵਿੱਚ ਕਿਉਂ ਆਈ ਹੈ ਜੀ? ਮੈਨੂੰ ਇਹ ਗੱਲ ਆਖੀ ਹੈ ਮੇਰੀ ਜਠਾਣੀ ਨੇ ਕਰਮੋਂ ਨੇ। ਕਹਿਣ ਲੱਗੇ ਦੁਨੀਆ ਬਹੁਤ ਕੁਝ ਆਖਦੀ ਹੈ, ਸਾਰਾ ਪਰਿਵਾਰ ਆਪਣਾ ਸੰਗਤ ਨਹੀਂ। ਸਤਿਗੁਰੂ ਜੀ ਰਹਿਮਤ ਕਰੋ ਆਪਣੇ ਘਰ ਵੀ ਔਲਾਦ ਚਾਹੀਦੀ ਹੈ। ਅੱਛਾ ਜਾਓ ਬਾਬਾ ਬੁੱਢਾ ਜੀ ਕੋਲ। ਦੇਣਾ ਸਤਿਗੁਰੂ ਜੀ ਨੇ ਹੈ ਪਰ ਆਪਣੇ ਸਿੱਖਾਂ ਨੂੰ ਸਤਿਕਾਰਦੇ ਨੇ। ਸੋ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਪਹਿਲਾ ਗੁਰੂ ਸਾਹਿਬ ਦੇ ਵਜ਼ੀਰ ਗ੍ਰੰਥੀ ਹੋਣ ਦਾ।
ਐਸੀ ਬਖਸ਼ਿਸ਼ ਜਾਓ ਬਾਬਾ ਬੁੱਢਾ ਜੀ ਕੋਲੋਂ ਲੈ ਕੇ ਆਓ। ਮਾਤਾ ਜੀ ਨੇ ਸਿੱਖ ਸੰਗਤਾਂ ਨੂੰ ਦੱਸ ਦਿੱਤਾ ਹੈ। ਮਾਤਾ ਜੀ ਵਾਸਤੇ ਰੱਥ ਤਿਆਰ ਕੀਤਾ ਗਿਆ ਹੈ। ਸੰਗਤਾਂ ਘੋੜਿਆਂ ਤੇ ਕੋਈ ਪੈਦਲ ਸਵਾਰ ਹੋਈਆਂ ਨੇ। ਧੂੜ ਉੱਡਦੀ ਜਾ ਰਹੀ ਹੈ, ਕੱਚੇ ਰਸਤੇ ਨੇ। ਬਾਬਾ ਬੁੱਢਾ ਜੀ, ਜੋ ਬਾਬਾ ਬੁੱਢਾ ਜੀ ਦੀ ਬੀੜ ਸਾਰੀ ਜ਼ਿੰਮੇਵਾਰੀ ਦਿੱਤੀ ਸੀ, ਜੋ ਅਕਬਰ ਬਾਦਸ਼ਾਹ ਨੇ 500 ਵਿਗਾ ਜ਼ਮੀਨ ਗੁਰੂ ਕੇ ਲੰਗਰਾਂ ਵਾਸਤੇ ਦਿੱਤੀ ਸੀ, ਜੋ ਬੀਬੀ ਭਾਨੀ ਦੇ ਨਾਮ ਇਹ ਪਟਾ ਕਰਾਇਆ ਸੀ, ਬਾਬਾ ਬੁੱਢਾ ਜੀ ਜ਼ਿੰਮੇਵਾਰੀ ਸੰਭਾਲਿਆ ਕਰਦੇ ਸੀ। ਹਲ ਵਾਹ ਰਹੇ ਨੇ। ਸਿੱਖ ਨੂੰ ਪੁੱਛਿਆ ਕੌਣ ਆ ਰਿਹਾ ਹੈ? ਜੀ ਮਾਤਾ ਜੀ ਆ ਰਹੇ ਨੇ। ਅੱਛਾ, ਇੰਨੀ ਧੂੜ ਉੱਡ ਰਹੀ, ਕਾਹਦੀਆਂ ਭਾਜੜਾਂ ਪੈ ਗਈਆਂ ਨੇ? ਐਸਾ ਬਚਨ ਸੁਣ ਕੇ ਵਾਪਸ ਆਏ। ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਨੇ ਇਹ ਬਚਨ ਆਖਿਆ ਸੀ, ਪਰ ਬਾਬਾ ਜੀ ਨੇ ਇਹ ਬਚਨ ਕਹਿ ਦਿੱਤਾ ਹੈ। ਕਹਿਣ ਲੱਗੇ ਬਾਬਾ ਜੀ ਬ੍ਰਹਮ ਗਿਆਨੀ ਨੇ, ਇਹ ਵੀ ਬਚਨ ਪੂਰਾ ਹੋਵੇਗਾ, ਪਰ ਗੰਗਾ ਜੇ ਗੁਰੂ ਨਾਨਕ ਦੇ ਘਰ ਵਿੱਚੋਂ ਲੈਣਾ ਕੁਝ ਤਾਂ ਨੀਵੇਂ ਹੋ ਕੇ ਜਾਣਾ ਪੈਂਦਾ। ਇਹ ਸਾਡੇ ਵਾਸਤੇ ਸਿੱਖਿਆ ਸੀ, ਸੰਸਾਰ ਵਾਸਤੇ ਸਿੱਖਿਆ ਸੀ। ਆਉਣ ਵਾਲੇ ਸਮੇਂ ਵਿੱਚ ਪਿਆਰਿਓ, ਜੇ ਗੁਰੂ ਤੋਂ ਕੁਝ ਲੈਣਾ ਤਾਂ ਨੀਵੇਂ ਹੋ ਕੇ ਜਾਣਾ ਪੈਂਦਾ। ਗੰਗਾ ਰੱਥਾਂ ਤੇ ਨਹੀਂ ਚੜ੍ਹ ਕੇ ਜਾਣਾ ਸੀ, ਪੈਦਲ ਤੁਰ ਕੇ ਜਾ, ਹੱਥੀਂ ਪ੍ਰਸ਼ਾਦੇ ਪਕਾ, ਆਪ ਤੁਰ ਕੇ ਜਾ, ਸਾਰੀ ਇਹ ਸੇਵਾ ਆਪ ਕਰੋ, ਕਿਸੇ ਸੰਗਤਾਂ ਨੂੰ ਲਿਜਾਣ ਦੀ ਨੇ ਲੋੜ ਨਹੀਂ। ਸਾਰੀ ਰਾਤ ਮਾਤਾ ਗੰਗਾ ਜੀ ਸੁੱਤੇ ਨਹੀਂ, ਹੱਥੀਂ ਆਟਾ ਪੀਸਿਆ ਤੇ ਪ੍ਰਸ਼ਾਦੇ ਤਿਆਰ ਕੀਤੇ ਨੇ, ਲੱਸੀ ਬਣਾਈ ਹੈ, ਗੰਢਾ ਆਦਿਕ ਲੈ ਕੇ ਨੰਗੇ ਪੈਰੀ 18-19 ਕਿਲੋਮੀਟਰ ਦਾ ਰਸਤਾ ਤੁਰ ਕੇ ਗਏ ਨੇ। ਦੂਰੋਂ ਵੇਖਿਆ ਬਾਬਾ ਬੁੱਢਾ ਜੀ ਨੇ। ਮਾਤਾ ਜੀ ਆਖਰ ਮਾਵਾਂ ਨੂੰ ਪੁੱਤਾਂ ਦਾ ਫਿਕਰ ਹੁੰਦਾ ਹੈ, ਕੱਲ ਦਾ ਪ੍ਰਸ਼ਾਦਾ ਨਹੀਂ ਛਕਿਆ, ਬੜੇ ਪਿਆਰ ਨਾਲ ਪ੍ਰਸ਼ਾਦਾ ਛਕਣ ਲੱਗੇ ਨੇ। ਜਦੋਂ ਗੰਢੇ ਨੂੰ ਭੰਨਿਆ, ਸੁੱਕੇ ਅੰਬਰ ਬਿਜਲੀ ਨੇ ਚਮਕ ਦਿੱਤੀ, ਜਾਓ ਮਾਤਾ ਜੀ ਐਸਾ ਪੁੱਤਰ ਪੈਦਾ ਹੋਵੇਗਾ ਜਿਵੇਂ ਗੰਢੇ ਨੂੰ ਭੰਨਿਆ ਦੁਸ਼ਮਣਾਂ ਦੇ ਸਿਰਾਂ ਭੰਨੇਗਾ। ਸਤਿਕਾਰਯੋਗ ਬਾਬਾ ਜੀ ਦੇ ਬਚਨਾਂ ਦੇ ਨਾਲ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੈਦਾ ਹੋਏ। ਸੋ ਹੁਣ ਮੈਂ ਆਪ ਜੀ ਨੂੰ, ਮਨ ਸੁਖਪ੍ਰੀਤ ਕੌਰ ਜੀ, ਤੁਸੀਂ ਕੋਈ ਸ਼ਬਦ ਕਿਹੜਾ ਅੱਜ ਸੁਣਾਓਗੇ, ਜਿੰਦੀ ਨਾਲ ਵਿਆਖਿਆ ਵੀ ਸੁਣਾਓ ਸੰਗਤਾਂ ਨੂੰ। ਕਮਨ ਸੰਜੋਗ ਹਾਂ ਸੁਣਾ ਦਿਓ। कवन संजोग मिलो प्रभ अपने, what blessed destiny will lead me to meet my God? पल पल निमक सदा हर जपने, each and every moment and instant I continually meditate on the Lord. चरण कमल प्रभ के नित्य आवो, I continually meditate on the lotus feet of God. कवन समझित प्रीतम पावो रहाओ, what wisdom will lead me to attain my beloved? ऐसी कृपा करो प्रभ मेरे, please bless me with such mercy, O Lord. हर नानक बिसरना काहूँ बेरे, that Nanak may never ever forget you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਆਂ, ਲੰਗਰ ਛਕਦੇ ਆਂ, ਸਾਨੂੰ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਵਿੱਚ ਵੀ ਆਇਆ, ਜਿਹ ਪ੍ਰਸਾਦ ਸੱਤੇ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਸਤਿਗੁਰੂ ਜੀ ਨੇ ਹਰ ਬਾਣੀ ਦੀ ਤੁਕ ਵਿੱਚ ਸਾਨੂੰ ਸਮਝਾਇਆ, ਸਾਨੂੰ ਤਾਰਨ ਵਾਸਤੇ, ਕਿ ਜਿਹ ਪ੍ਰਸਾਦ ਬਸੇ ਸੁਖ ਮੰਦਰ, ਜਿਹਦੀ ਕਿਰਪਾ ਨਾਲ ਸੋਹਣੇ ਘਰਾਂ ਵਿੱਚ ਰਹਿੰਦਾ ਹੈ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁੱਲਾ। ਜਿਹਦੀ ਕਿਰਪਾ ਨਾਲ ਸੋਹਣਾ ਠੰਡਾ ਜਲ ਪੀ ਰਿਹਾ, ਜਲ ਪੀਣ ਲੱਗਿਆ ਵੀ ਉਹਨੂੰ ਚੇਤੇ ਕਰ। ਤੇ ਸਾਨੂੰ ਲੰਗਰ ਛਕਣ ਲੱਗਿਆਂ ਕਿਹੜੇ ਸ਼ਬਦ ਪੜ੍ਹਨੇ ਚਾਹੀਦੇ ਨੇ ਮਨ ਸੁਖਪ੍ਰੀਤ ਕੌਰ? दद्दा दाता एक है, सबको देवनहार, दिंदे तोड़ न आवे, अगंथ पड़े भंडार। जिसका दिता खावना तिसके ही ऐसा बास, नानक हुक्म न चले नाल खसम चलाया दास। एको दाता मंगिया सब किश पल्लै पाए, मन तन सास करास, प्रभ एको एक ते आए। नानक नाम चढ़दी कला, तेरे बाणे सरबत दा भला। याद रखना, ਸਿਆਣੇ ਕਿਆ ਕਰਦੇ ਸੀ, ਜੈਸਾ ਅੰਨ ਤੈਸਾ ਮਨ। ਇੱਕ ਵਾਰੀ ਬੜੇ ਜੀਵਨ ਵਾਲੇ ਗੁਰਮੁਖ ਪਿਆਰੇ ਦੱਸ ਰਹੇ ਸਨ, ਜੇ ਪ੍ਰਸ਼ਾਦਾ ਲੰਗਰ ਤਿਆਰ ਕਰਦਿਆਂ ਬਾਣੀ ਪੜ੍ਹੀ ਜਾਵੇ, ਉਹੋ ਹੀ ਲੰਗਰ ਅੰਮ੍ਰਿਤ ਬਣ ਜਾਂਦਾ। ਕਿਵੇਂ ਜੀ? ਅੰਮ੍ਰਿਤ ਤਿਆਰ ਕਰਨ ਲੱਗਿਆਂ ਪੰਜ ਪਿਆਰਿਆਂ ਨੇ ਜਲ ਉਹਦੇ ਵਿੱਚ ਪਤਾਸੇ ਪਾ ਕੇ ਜਦੋਂ ਪੰਜ ਬਾਣੀਆਂ ਪੜੀਆਂ, ਉਹ ਬਣ ਗਿਆ ਅੰਮ੍ਰਿਤ। ਜਲ ਵਿੱਚ, ਅੰਨ ਵਿੱਚ ਰਿਕਾਰਡਿੰਗ ਸ਼ਕਤੀ ਹੈ। ਜੇ ਤੁਸੀਂ ਅੰਨ ਬਣਾਉਣ ਲੱਗਿਆਂ, ਪ੍ਰਸ਼ਾਦਾ ਲੰਗਰ ਬਣਾਉਣ ਵਾਲਿਆ, ਤੁਹਾਡੇ ਮਨ ਦੀ ਅਵਸਥਾ ਠੀਕ ਨਹੀਂ, ਕ੍ਰੋਧ ਹੈ, ਹੋਰ ਕੁਝ ਹੈ, ਇਉਂ ਜਾਣ ਲਓ ਛਕਣ ਵਾਲਿਆਂ ਦੇ ਮਨ ਵਿੱਚ ਵੀ ਉਹ ਕੁਝ ਹੋਵੇਗਾ। ਕਹਿਣ ਲੱਗੇ ਬੀਬੀਓ, ਤੁਸੀਂ ਲੰਗਰ ਪਕਾਉਂਦਿਆਂ ਹੋਇਆਂ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। ਜੇ ਨਹੀਂ ਆਉਂਦਾ ਮੂਲ ਮੰਤਰ ਦਾ ਪਾਠ ਕਰਿਆ ਕਰੋ। ਮੂਲ ਮੰਤਰ ਨਹੀਂ ਆਉਂਦਾ ਗੁਰਮੰਤਰ ਦਾ ਸਿਮਰਨ ਕਰਿਆ ਕਰੋ।
ਪ੍ਰਸ਼ਾਦੇ ਬਣਾਉਂਦੇ ਆ, ਸਬਜ਼ੀ ਬਣਾਉਂਦੇ ਆ, ਉਸ ਮਾਲਕ ਨੂੰ ਚੇਤੇ ਕਰਕੇ। ਐਸੇ ਗੁਰਮੁਖ ਪਿਆਰ ਅੱਜ ਵੀ ਹਨ ਜਿਹੜੇ ਉਸ ਮਾਲਕ ਨੂੰ ਲੰਗਰ ਪਾਣੀ ਤਿਆਰ ਕਰਕੇ ਸੁੱਚਮ ਦੇ ਨਾਲ ਭੋਗ ਲਾਉਂਦੇ ਨੇ, ਫਿਰ ਛਕਦੇ ਨੇ। ਜਿਹੜਾ ਅਸੀਂ ਲੰਗਰ ਬਣਾਉਂਦਿਆਂ ਹੋਇਆਂ ਸੁੱਚਮ ਨਹੀਂ ਰੱਖਦੇ, ਵਿੱਚੇ ਛਕੀ ਜਾਣਾ, ਵਿੱਚੇ ਬਣਾਈ ਜਾਣਾ, ਭਾਈ ਉਹ ਪਵਿੱਤਰਤਾ ਨਹੀਂ ਰਹਿੰਦੀ। ਇਸ ਵਾਸਤੇ ਸੁੱਚ ਪਵਿੱਤਰਤਾ ਨਾਲ ਬਣਾ ਕੇ ਬਾਣੀ ਪੜ੍ਹ ਕੇ ਬਣਾਉਣਾ ਤੇ ਛਕਣ ਲੱਗਿਆਂ ਵੀ ਉਸ ਮਾਲਕ ਨੂੰ ਚੇਤੇ ਕਰਨਾ। ਤੇ ਉਹੋ ਹੀ ਪ੍ਰਸ਼ਾਦਾ ਛਕਣ ਲੱਗਿਆਂ ਸਾਡਾ ਜਿਹੜਾ ਅੰਨ ਹੈ ਛਕਿਆ ਹੋਇਆ ਸਾਡੇ ਅੰਦਰ ਵਿਕਾਰ ਨਹੀਂ ਪੈਦਾ ਕਰੇਗਾ, ਸਾਨੂੰ ਉਹ ਪ੍ਰਮਾਤਮਾ ਦਾ ਨਾਮ ਚੇਤਾ ਆਵੇਗਾ। ਤੁਸੀਂ ਦੇਖਿਆ ਹੋਣਾ ਗੁਰੂ ਘਰ ਵਿੱਚ ਕਿੰਨਾ ਸਵਾਦ ਲੰਗਰ ਬਣਦਾ ਹੈ। ਗੁਰੂ ਘਰ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ, ਉਸ ਦਾ ਸਾਰਾ ਅਸਰ ਹੈ। ਤੁਸੀਂ ਕਿੰਨੇ ਮਰਜ਼ੀ ਤੜਕੇ ਲਾ ਲਓ, ਉਹਨਾਂ ਸਵਾਦ ਕਿਉਂ ਨਹੀਂ ਬਣਦਾ? ਇਸੇ ਕਰਕੇ ਬਖਸ਼ਿਸ਼ ਬਾਣੀ ਦੀ ਹੁੰਦੀ ਹੈ। ਸਾਨੂੰ ਹਮੇਸ਼ਾ ਪ੍ਰਸ਼ਾਦਾ ਛਕਣ ਲੱਗਿਆਂ ਵੀ ਉਹ ਮਾਲਕ ਨੂੰ ਚੇਤੇ ਕਰਨਾ ਚਾਹੀਦਾ ਹੈ, ਛਕ ਕੇ ਵੀ ਉਸ ਦਾ ਸ਼ੁਕਰਾਨਾ ਅਦਾ ਕਰਨਾ ਚਾਹੀਦਾ ਹੈ। ਬਹੁਤ ਐਸੇ ਨੇ ਜਿਹੜੇ ਇਸ ਲੰਗਰ ਦੀ ਖਾਤਰ ਤਰਸਦੇ ਨੇ। ਅਸੀਂ ਛਕਣ ਲੱਗੇ ਕਿੰਨੀ ਕਿੰਨੀ ਝੂਠ ਹੀ ਛੱਡ ਦਿੰਦੇ ਹਾਂ। ਨਹੀਂ, ਪ੍ਰਸ਼ਾਦਾ ਓਨਾ ਹੀ ਲੈਣਾ ਚਾਹੀਦਾ ਜਿੰਨਾ ਛਕ ਲੈਣਾ ਚਾਹੀਦਾ। ਤੇ ਪ੍ਰਸ਼ਾਦਾ ਛਕਣ ਲੱਗਿਆਂ ਉਸ ਮਾਲਕ ਦਾ ਸਾਨੂੰ ਸ਼ੁਕਰਾਨਾ ਅਦਾ ਕਰਨਾ ਚਾਹੀਦਾ, ਉਸ ਨੂੰ ਚੇਤੇ ਕਰਨਾ ਚਾਹੀਦਾ, ਛਕ ਕੇ ਵੀ ਹੁੰਦੀਆਂ ਮਹਾਰਾਜ ਦਾ ਧੰਨਵਾਦ ਕਰਨਾ ਚਾਹੀਦਾ। ਸੋ ਬੇਟੀ ਮਨਸੁਖਪ੍ਰੀਤ ਕੌਰ, ਤੁਸੀਂ ਕੋਈ ਹੁਕਮਨਾਮਾ, ਕੋਈ ਸ਼ਬਦ ਸੁਣਾਓ ਅਰਥਾਂ ਸਮੇਤ। ਕਿਹੜਾ ਸੁਣਾਓਗੇ ਅੱਜ? ਪਹਿਲਪੁਰੀ ਪੁੰਡਰ। ਲਓ ਜੀ, ਇਹ ਬੜੀ ਮਹਿੰਗਾ ਇੱਕ ਸ਼ਬਦ ਹੈ। ਕਈ ਵਾਰੀ ਕਥਾ ਵਿਚਾਰਕ ਵੀ ਜਿਹੜੇ ਨੇ ਵਿਚਾਰੇ, ਜਿਸ ਦਿਨ ਇਹ ਹੁਕਮਨਾਮਾ ਆ ਜਾਵੇ ਨਾ ਇਹਦੀ ਵਿਚਾਰ ਕਰਨ ਲੱਗਿਆਂ, ਤੇ ਉਹ ਪੂਰਾ ਉਸ ਦੇ ਨਾਲ ਅਲਰਟ ਹੋ ਜਾਂਦੇ ਨੇ ਵੀ ਇਸਦੀ ਕਥਾ ਕਰਨੀ ਹੈ। ਪਹਿਲਪੁਰੀਏ ਪੁੰਡਰਕ ਬਣਾ, ਹਾਂਜੀ ਉਹ ਸ਼ਬਦ ਤੇ ਉਹਦੇ ਨਾਲ ਪੰਜਾਬੀ ਵਿੱਚ ਅਰਥ ਸਰਵਣ ਕਰੋ ਜੀ ਬੇਟੀ ਸਨਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਭਗਤ ਸ੍ਰੀ ਜੈਦੇਵ ਜੀ ਦਾ ਉਚਾਰਨ, ਭਗਤ ਸ੍ਰੀ ਨਾਮਦੇਵ ਜੀ ਦਾ ਉਚਾਰਨ ਕੀਤਾ ਹੈ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 669 ਤੇ 92 ਤੇ ਸੁਸ਼ੋਭਿਤ ਹੈ। ਹੁਣ ਮੈਂ ਤੁਹਾਨੂੰ ਇਹ ਸ਼ਬਦ ਰਾਗ ਧਨਾਸਰੀ ਵਿੱਚ ਸਰਵਣ ਕਰਾਉਣ ਜਾ ਰਹੀ ਹਾਂ। ਪਹਿਲਪੁਰੀਏ ਪੁੰਡਰਕ ਬਣਾ, ਪਹਿਲਾ ਪਹਿਰੇ ਜਗਤ ਵਿੱਚ ਕੌਲ ਫੁੱਲਾਂ ਦੇ ਖੇਤ ਵਾਂਗ ਸੀ। ਤਾਜੇ ਹੰਸਾ ਸਕਲ ਜਨਾ, ਸਾਰੇ ਜੀ ਜੰਤੂ ਸੇ ਹੰਸਨ। ਕ੍ਰਿਸ਼ਨਾ ਤੇ ਜਾਨ ਹਰ ਨਾਚਨ ਤੀ ਨਾਚਨਾ, ਹਰੀ ਦੇ ਹੁਕਮ ਅੰਦਰ ਕੁਦਰਤ ਨੱਚ ਰਹੀ ਹੈ। ਪਹਿਲ ਪ੍ਰਸਾਦ ਮੇਰਾ, ਪਹਿਲਾਂ ਅਕਾਲ ਪੁਰਖ ਬਣੇ। ਅਥੂਨ ਪ੍ਰਸਾਦ ਮੇਰਾ, ਫਿਰ ਉਸ ਤੋਂ ਮਾਇਆ ਬਣੀ। ਅਸਗਾ ਉਸਕਾ ਸਾਰਾ ਕੁਛ ਉਹਦਾ ਹੀ ਹੈ। ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ, ਅਸੀਂ ਉਹਦੇ ਬਾਗ ਵਿੱਚ ਇੱਦਾਂ ਨੱਚ ਰਹੇ ਹਾਂ ਜਿੱਦਾਂ ਖੂਨ ਦੀਆਂ ਟਿੰਡਾਂ ਵਿੱਚ ਪਾਣੀ ਨੱਚ ਰਿਹਾ ਹੈ। ਨਾਚਣ ਦੀ ਗੋਪੀ ਜਨਾ, ਇਸਤਰੀ ਤੇ ਮਰਦ ਦੋਨੇ ਨੱਚ ਰਹੇ ਹਨ। ਨਈਆ ਤੇ ਬੈਰੇ ਕਨਾ, ਉਸ ਤੋਂ ਬਗੈਰ ਹੋਰ ਕੁਛ ਨਹੀਂ। ਤਰਕ ਨਾ ਚਾ, ਤਰਕ ਨਾ ਕਰ, ਭਰਮੀਆਂ ਚਾ ਭਰਮ ਦੂਰ ਕਰ ਦੇ। ਕਿ ਸਵ ਬਚਾਉਣੀ ਇਹ ਮਈਏ ਕਾਂਜੀ, ਪਿੰਡੀ ਉਪਕੱਲੇ ਸੰਸਾਰਾ। ਜਿੱਦਾਂ ਖੂਨ ਦੀਆਂ ਟਿੰਡਾਂ ਕਈ ਵਾਰ ਉੱਪਰ ਨੂੰ ਜਾਈ ਜਾਂਦੀਆਂ ਥੱਲੇ ਨੂੰ, ਏਦਾਂ ਹੀ ਸੰਸਾਰ ਉੱਪਰ ਨੂੰ ਜਾਈ ਜਾਂਦਾ, ਥੱਲੇ ਨੂੰ ਜਾਈ ਜਾਂਦਾ। ਭਾਵ ਜਨਮ ਮਰਨ ਦੇ ਚੱਕਰ ਵਿੱਚ ਪਿਆ ਹੈ। ਭਰਮ ਭਰਮਾਏ ਤੁਮ ਚ ਦੁਆਰਾ, ਘੁੰਮਦਾ ਘੁੰਮਦਾ ਮੈਂ ਮਹਾਜ ਤੇ ਦੁਆਰੇ ਆ ਗਿਆ। ਤੂੰ ਕੌਣ ਰੇ, ਤੁਸੀਂ ਕੌਣ ਹੋ? ਮੈਂ ਜੀ, ਮੈਂ ਹਾਂ ਨਾਮਾ ਨਾਮਦੇਵ ਜੀ ਹੂੰ ਜੀ, ਹਾਂਜੀ। ਅੱਲਾ ਤੇ ਨਿਵਾਰਨ ਸੰਕਾਰਨਾ। ਭਗਤ ਨਾਮਦੇਵ ਜੀ ਇਹੀ ਅਰਦਾਸ ਕਰਦੇ ਹਨ ਕਿ ਮੇਰਾ ਜਨਮ ਮਰਨ ਦਾ ਚੱਕਰ ਕੱਟ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ। ਐਸੀ ਮਹਿੰਗੀ ਬਾਣੀ ਜਿਨ੍ਹਾਂ ਦੇ ਔਖੇ ਅਰਥ ਨੇ, ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਤੇ ਇਹਦੇ ਨਾਲ ਹੋਰ ਵੀ ਕੋਈ ਸ਼ਬਦ ਤੁਸੀਂ ਸੁਣਾਓਗੇ? ਹਾਂਜੀ, ਦੋ। ਕਿਹੜਾ? ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਤ, ਅਤੇ ਜਿਸਕੇ ਸਿਰ ਉੱਪਰ ਤੋਂ ਸਵਾਮੀ। ਸੁਣਾਓ। ਸੂਹੀ ਮਹੱਲਾ ਪੰਜਵਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਲਚ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਚੀਤ ਹਰ ਸਰਣੀ ਰਹਾ। ਕਰਤ ਵਿਕਾਰ ਦੂ ਕਰ ਚਾਰਤ,
राम रतन रिद तिल नहीं तारत, परण पोखण संग ओद बिहाणी, जय जगदीश की गत नहीं जानी। शरण समरथ गोचर स्वामी, उदर नानक प्रभु अंतर जामी। और सूही मोहल्ला पंजवा, जैसे कैसे रयू पर तू स्वामी, सो दुख कैसा पावे, बोल न जाना माया मद माता, मरण चेत न आवे। मेरे राम राय तू संत का संत तेरे, तेरे सेवक को पाओ किछ नाही, जम नहीं नेरे, जो तेरे रंग राते स्वामी, तिनका जन्म मरण दुख नासा, तेरी बख्श न मेटे कोई, सतगुर का दिलासा, नाम त्यायन सुख फल पायन, आठ पहर राधे, तेरी शरण तेरे परवासे, पांच दूतल साधे, ज्ञान त्यान किछ कर में न चढ़ा, साध न जाना तेरी सब देवड़ा, सतगुर नानक जिन काल राखी मेरी। ज्ञान ध्यान किस कर्म न जाना, सार न जाना तेरी, सब ते वड्डा सतगुर नानक जिन काल राखी मेरी। ਤੁਸੀਂ ਸੋਚਦੇ ਹੋਗੇ, ਵਿਚਾਰਦੇ ਹੋਗੇ ਵੀ ਸਾਨੂੰ ਨਹੀਂ ਇੰਨਾ ਕੁਝ ਯਾਦ, ਸਾਡੇ ਬੱਚਿਆਂ ਨੂੰ ਨਹੀਂ ਯਾਦ। ਆਓ ਜੇ ਇਹ 7 ਸਾਲ ਦੀ ਬੱਚੀ ਇੰਨਾ ਕੁਝ ਯਾਦ ਕਰ ਸਕਦੀ ਹੈ, ਅਸੀਂ ਵੀ ਯਾਦ ਕਰ ਸਕਦੇ ਹਾਂ। ਪਰ ਲੋੜ ਹੈ ਧਿਆਨ ਦੇਣ ਦੀ, ਲੋੜ ਹੈ ਸਾਨੂੰ ਵੀ ਇਸ ਪਾਸੇ ਆਉਣ ਦੀ। ਅੱਜ ਤੁਹਾਡੇ ਬੱਚੇ ਵੀ ਇਹ ਕੁਝ ਸਿੱਖ ਸਕਦੇ ਨੇ। ਮੈਂ ਇੱਕ ਗੱਲ ਕਈ ਵਾਰੀ ਸੁਣਾਈ ਆਪ ਜੀ ਨੂੰ, ਫਿਰ ਮੈਂ ਦੱਸਦਾ ਜਾਵਾਂ। ਕੈਨੇਡਾ ਵਿੱਚ ਰਹਿੰਦਿਆਂ ਇੱਕ 3 ਸਾਲ ਤੋਂ ਉਮਰ ਘੱਟ ਹੈ ਬੱਚਾ, ਗੁਰਦੁਆਰੇ ਲੈ ਕੇ ਆਉਂਦੇ ਨੇ। ਜ਼ਿੰਦਗੀ ਵਿੱਚ ਐਸੀਆਂ ਘਟਨਾ ਵਾਪਰ ਜਾਂਦੀਆਂ ਨੇ, ਉਹ ਦੱਸਣਯੋਗ ਹੁੰਦੀਆਂ ਨੇ, ਉਹਨਾਂ ਵਿੱਚੋਂ ਗਿਆਨ ਮਿਲ ਜਾਂਦਾ, ਸਿੱਖਿਆ ਮਿਲ ਜਾਂਦੀ ਹੈ। ਬੱਚੇ ਦਾ ਮੱਥਾ ਟੇਕਣਾ ਸਿਆਣਿਆਂ ਵਾਲਾ, ਪਰਿਕਰਮਾ ਕਰਨੀਆਂ ਸਿਆਣਿਆਂ ਵਾਲੀਆਂ ਨੇ, ਸੰਗਤ ਵਿੱਚ ਬੈਠਣਾ ਸਿਆਣਿਆਂ ਵਾਲਾ। ਉਹ ਮੱਥਾ ਟੇਕ ਕੇ ਪਰਿਕਰਮਾ ਕਰਦਾ ਹੋਇਆ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੁਝ ਚਿਰ ਮੇਲੇ ਕੋਲ ਬੈਠਦਾ, ਫਿਰ ਉਹ ਕੀਰਤਨ ਵਾਲਿਆਂ ਦੇ ਨਾਲ ਬੈਠਦਾ, ਸੰਗਤ ਵਿੱਚ ਸਾਹਮਣੇ ਬੈਠਦਾ, ਮੂਹਰੇ ਬੈਠਦਾ, ਹੱਥ ਜੋੜ ਕੇ ਨੇਤਰ ਬੰਦ ਕਰ ਲੈਂਦਾ। ਮੇਰੇ ਮਨ ਵਿੱਚ ਵਿਚਾਰ ਆਉਂਦੀ ਹੈ, ਮੈਂ ਕਿਸੇ ਦਿਨ ਇਹਨਾਂ ਨੂੰ ਪੁੱਛਾਂ ਕਿ ਇਸ ਬੱਚੇ ਦੇ ਜਨਮ ਤੋਂ ਪਹਿਲਾਂ ਤੁਸੀਂ ਕੋਈ ਬਾਣੀ ਪੜ੍ਹੀ ਹੈ? ਹਾਂ, ਇੱਕ ਦਿਨ ਮੌਕਾ ਮਿਲਿਆ। ਉਸ ਭੈਣ ਨੂੰ ਮੈਂ ਪੁੱਛਿਆ ਜਿਸ ਦਾ ਬੱਚਾ ਸੀ ਕਿ ਕੀ ਇਸ ਬੱਚੇ ਦੇ ਜਨਮ ਤੋਂ ਪਹਿਲਾਂ ਤੁਸੀਂ ਬਾਣੀ ਪੜ੍ਹਦੇ ਰਹੇ ਹੋ? ਉਹਨਾਂ ਨੇ ਇਹ ਗੱਲ ਦੱਸੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਦੋਂ ਸਾਡੇ ਗ੍ਰਹਿ ਵਿਖੇ ਮਹਾਰਾਜ ਨੇ ਦਾ ਜਨਮ ਹੋਣਾ ਸੀ, ਸਮਾਂ ਰਹਿੰਦਾ ਸੀ, ਬਖਸ਼ਿਸ਼ ਹੋਈ ਸੀ ਸਤਿਗੁਰੂ ਜੀ ਦੀ, ਤੇ ਜਨਮ ਲੈਣ ਵਿੱਚ 5 ਮਹੀਨੇ ਰਹਿੰਦੇ ਸਨ। ਕੋਈ ਬਖਸ਼ੀ ਹੋਈ ਰੂਹ ਮਾਲਕ ਦੀ ਸਾਡੇ ਘਰੇ ਆਈ ਤੇ ਮੇਰੇ ਅੰਦਰ ਇਹ ਭਾਵਨਾ ਜਾਗੀ ਕਿ ਮੈਂ ਇਹਨਾਂ ਬਜ਼ੁਰਗਾਂ ਨੂੰ, ਇਹਨਾਂ ਗੁਰਮੁਖਾਂ ਨੂੰ ਪ੍ਰਸ਼ਾਦਾ ਛਕਾਵਾਂ। ਜਦੋਂ ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਪ੍ਰਸ਼ਾਦਾ ਛਕ ਕੇ ਜਾਇਓ ਤੇ ਮੇਰਾ ਜੀ ਕਰਦਾ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਉਹ ਗੁਰਮੁਖ ਪਿਆਰੇ ਕਹਿਣ ਲੱਗੇ, ਪੁੱਤਰ ਜੀ ਪ੍ਰਸ਼ਾਦਾ ਮੈਂ ਉਹਨਾਂ ਕੋਲੋਂ ਛਕਦਾ, ਬੀਬੀਆਂ ਕੋਲ ਜਿਹੜੀਆਂ ਨਿਤਨੇਮ ਕਰਦੀਆਂ ਨੇ। ਸੋ ਪਿਆਰਿਓ, ਅੱਜ ਵੀ ਐਸੇ ਬਖਸ਼ੀਆਂ ਹੋਈਆਂ ਰੂਹਾਂ ਹਨ ਜਿਹੜੇ ਇਹ ਮਰਿਆਦਾ ਨਿਭਾਉਂਦੇ ਨੇ। ਜਿੰਨੀ ਰਹਿਤ ਕੋਈ ਰੱਖ ਸਕਦਾ ਉਨੀ ਚੰਗੀ ਹੈ। ਸੋ ਮਹਾਰਾਜ ਦੀ ਕਿਰਪਾ ਉਹਨਾਂ ਤੇ। ਗੁਰਬਾਣੀ ਵਿੱਚ ਵੀ ਇਹ ਫੈਸਲਾ ਹੈ ਕਿ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ, ਪ੍ਰਸ਼ਾਦਾ ਜਿਹੋ ਜਿਹੇ ਕੋਲੋਂ ਛਕੋਗੇ ਉਹੋ ਜਿਹਾ ਅਸਰ ਹੋਣਾ। ਤੁਸੀਂ ਕਈ ਵਾਰੀ ਵੇਖਿਆ ਹੋਣਾ ਜ਼ਿੰਦਗੀ ਵਿੱਚ ਕਿ ਬਾਣੀ ਪੜ੍ਹਨ ਵਾਲੇ ਤੋਂ ਪ੍ਰਸ਼ਾਦਾ ਛਕ ਲਓ, ਕੋਈ ਮਨ ਜੁੜਿਆ ਹੀ ਰਹਿੰਦਾ, ਆਨੰਦ ਵੱਖਰਾ ਹੀ ਹੁੰਦਾ।
ਤੇ ਸਤਿਗੁਰੂ ਜੀ ਦੀ ਕਿਰਪਾ ਹੋਈ। ਕਹਿਣ ਲੱਗੇ, ਮੈਂ ਕਿਹਾ ਬਾਬਾ ਜੀ ਮੈਨੂੰ ਹੋਰ ਖੁਸ਼ੀ ਮਹਿਸੂਸ ਹੋਈ ਵੀ ਜਦੋਂ ਉਹਨਾਂ ਬਦਨ ਕਿਹਾ, ਮੈਂ ਕਿਹਾ ਜੀ ਮੈਂ ਨਿਤਨੇਮ ਕਰਦੀਆਂ, ਹੋਰ ਤੁਸੀਂ ਬਾਣੀ ਦੱਸੋ, ਮੈਂ ਪੜ੍ਹ ਲਿਆ ਕਰਾਂਗੀ। ਕਹਿਣ ਲੱਗੇ ਫਿਰ ਖੁਸ਼ੀ ਦੀ ਗੱਲ ਹੈ ਬੇਟੇ, ਹੋਰ ਬਾਣੀ ਸੁਖਮਨੀ ਸਾਹਿਬ ਦਾ ਵੀ ਪਾਠ ਕਰਿਆ ਕਰ। ਕਹਿਣ ਲੱਗੇ, ਮੈਂ ਕਿਹਾ ਕਿੰਨੇ ਦਿਨ? ਕਹਿੰਦੇ ਦਿਨ ਥੋੜਾ ਤਾਂ ਰੋਜ਼ ਕਰੀਦਾ, ਪਰ ਫਿਰ ਵੀ ਬਾਬਾ ਜੀ ਤੁਸੀਂ ਦੱਸ ਕੇ ਦਿਓ ਮੈਂ ਲਗਾਤਾਰ ਕਿੰਨਾ ਚਿਰ ਕਰਾਂ। ਕਹਿਣ ਲੱਗੇ 40 ਦਿਨ। ਕਿਸ ਵੇਲੇ? ਅੰਮ੍ਰਿਤ ਵੇਲੇ 4 ਵਜੇ ਕਰਿਆ ਕਰ ਪੁੱਤਰ। ਕੇਸੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ। ਕਹਿਣ ਲੱਗੇ ਮੈਂ ਸ਼ੁਰੂ ਕਰ ਦਿੱਤਾ, ਰੋਜ਼ਾਨਾ 4 ਵਜੇ ਕੇਸੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਸੁਖਮਨੀ ਸਾਹਿਬ ਕਰਨਾ। ਕਹਿਣ ਲੱਗੇ ਨਾਗਾ ਨਹੀਂ ਪਾਉਣਾ, ਜੇ ਪੈ ਗਿਆ ਦੁਬਾਰਾ ਕਰਨਾ। ਇੱਕ ਜੋੜਨ ਦਾ ਤਰੀਕਾ ਹੁੰਦਾ। ਕਹਿੰਦੇ 5 ਮਹੀਨੇ ਬੱਚੇ ਦਾ ਜਨਮ ਲੈਣ ਵਿੱਚ ਰਹਿੰਦੇ ਸੀ, ਮੈਂ 5 ਮਹੀਨੇ ਬਾਣੀ ਪੜ੍ਹਦੀ ਰਹੀ ਸੁਖਮਨੀ ਸਾਹਿਬ। ਪਰ ਇਹ ਬੱਚੇ ਨੂੰ ਹੁਣ ਪੌਣੇ 3 ਸਾਲ ਦਾ ਹੋ ਗਿਆ, ਮੈਂ ਕਦੀ ਨਹੀਂ ਉਠਾਇਆ, 4 ਵਜੇ ਆਪਣੇ ਆਪ ਉੱਠਦਾ। ਉਹਨੂੰ ਕਿੰਨੇ ਸਿੱਖਿਆ ਦਿੱਤੀ ਹੈ? ਉਸ ਮਾਂ ਨੇ ਜਿਹੜਾ ਜਨਮ ਲੈਣ ਤੋਂ ਪਹਿਲਾਂ ਬਾਣੀ ਪੜ੍ਹੀ ਹੈ। ਅੱਜ ਸਾਇੰਸ ਇਹ ਗੱਲ ਮੰਨਦੀ ਹੈ 6 ਮਹੀਨੇ ਦਾ ਬੱਚਾ ਮਾਤਾ ਦੇ ਪੇਟ ਵਿੱਚ ਸਾਰੀ ਗਾਈਡੈਂਸ ਲੈ ਰਿਹਾ ਹੈ। ਇਸ ਵਾਸਤੇ ਮੇਰੀਓ ਧੀਓ, ਮੇਰੀਓ ਭੈਣੋ, ਹੱਥ ਜੋੜ ਕੇ ਬੇਨਤੀ ਹੈ, ਜੇ ਤੁਸੀਂ ਚਾਹੁੰਦੇ ਸਾਡੇ ਵੀ ਬੱਚੇ ਐਸੇ ਬਣਨ, ਤੁਸੀਂ ਬੱਚਿਆਂ ਦੇ ਜਨਮ ਤੋਂ ਪਹਿਲਾਂ ਮੇਰੀਓ ਭੈਣੋ ਬਾਣੀ ਪੜ੍ਹਿਆ ਕਰੋ। ਤੁਸੀਂ ਜੋ ਕੁਝ ਕਰ ਰਹੇ ਹੋ ਇਹ ਸਾਰਾ ਤੁਹਾਡੇ, ਅੱਜ ਬੱਚਿਆਂ ਨੂੰ ਦੋਸ਼ ਨਾ ਦਿਓ, ਬੱਚਿਆਂ ਦਾ ਨਹੀਂ ਕਸੂਰ, ਕਸੂਰ ਸਾਡਾ ਹੈ, ਪੇਰੈਂਟਸ ਦਾ ਹੈ। ਬੱਚਿਆਂ ਨੂੰ ਜਨਮ ਤੋਂ ਪਹਿਲਾਂ ਹੀ ਬਾਣੀ ਪੜ੍ਹ ਕੇ ਸਿੱਖਿਆ ਮਿਲ ਜਾਂਦੀ ਹੈ। ਐਵੇਂ ਤਾਂ ਨਹੀਂ 2.5-3 ਸਾਲਾਂ ਦੀ ਉਮਰ ਵਿੱਚ ਤਾਂ ਕੋਈ ਬੱਚਾ ਨਹੀਂ ਨਾ ਅੰਮ੍ਰਿਤ ਛਕਦਾ ਤੇ ਫਿਰ ਬਾਣੀ 4 ਸਾਲਾਂ ਵਿੱਚ ਪੜ੍ਹਦਾ। ਇਹ ਸਿੱਖਿਆ ਪਹਿਲਾਂ ਹੀ ਉਸ ਮਾਂ ਨੇ ਦਿੱਤੀ ਹੋਈ ਹੈ, ਜਨਮ ਤੋਂ ਪਹਿਲਾਂ। ਉਹ ਭੈਣ ਜੀ ਕਹਿੰਦੇ ਮੈਂ ਬਹੁਤ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਾਵੇਂ ਪਿਛਲੀ ਉਮਰ ਬੱਚਾ ਹੋਇਆ ਮੈਂ ਉਹਨਾਂ ਚਿਰ ਸੰਭਾਲਦਾ। ਇਹ ਤਾਂ ਆਪਾਂ ਹੁਣੇ ਗੱਲ ਕੀਤੀ ਹੈ। 5ਵੇਂ ਪਾਤਸ਼ਾਹ ਦੇ ਘਰੇ ਵੀ ਸ਼ਾਦੀ ਤੋਂ ਬਾਅਦ ਕਈ ਸਾਲ ਔਲਾਦ ਨਹੀਂ ਹੋਈ, 14-15 ਸਾਲ ਲੰਘ ਗਏ। ਮਹਾਰਾਜ ਗੁਰੂ ਤੇਗ ਬਹਾਦਰ ਦੀ ਸ਼ਾਦੀ ਤੋਂ ਬਾਅਦ 34 ਸਾਲ ਔਲਾਦ ਨਹੀਂ ਹੋਈ, ਤੇ ਮਹਾਰਾਜ ਗੁਰੂ ਗੋਬਿੰਦ ਸਿੰਘ 34 ਸਾਲ ਬਾਅਦ ਸ਼ਾਦੀ ਤੋਂ ਬਾਅਦ ਪੈਦਾ ਹੋਏ। ਸੋ ਗੁਰੂ ਸਵਾਰਿਓ ਜਿਹੜੀ ਬੰਦਗੀ ਦਾ ਪ੍ਰਤਾਪ ਹੈ, ਇਸ ਵਾਸਤੇ ਜਿੰਨੀ ਵੱਧ ਬਾਣੀ ਪੜ੍ਹੀ ਜਾਵੇ, ਜਿੰਨਾ ਗੁਰਮਤ ਦੇ ਨਾਲ ਜੁੜਿਆ ਜਾਵੇ, ਆਉਣ ਵਾਲੇ ਬੱਚਿਆਂ ਤੇ ਅਸਰ ਪੈਂਦਾ। ਅੱਜ ਅਸੀਂ ਬੱਚਿਆਂ ਦਾ ਕਸੂਰ ਕੱਢਦੇ ਹਾਂ, ਅਸੀਂ ਸਮਾਂ ਨਹੀਂ ਦਿੱਤਾ ਬੱਚਿਆਂ ਨੂੰ, ਜਨਮ ਤੋਂ ਪਹਿਲਾਂ ਨਹੀਂ ਦਿੱਤਾ। ਜਨਮ ਲੈਣ ਤੋਂ ਬਾਅਦ ਅਸੀਂ ਇੰਨੇ ਬਿਜੀ ਹੋ ਗਏ, ਇੰਨੇ ਸਾਡੇ ਕੰਮਕਾਰ ਹੋ ਗਏ, 2-2 ਜੌਬਾਂ ਕੀਤੀਆਂ, ਅਸੀਂ ਚੰਗੇ ਸੋਹਣੇ ਘਰ ਬਣਾਉਣੇ ਚਾਹੀਦੇ ਨੇ, ਸੋਹਣੀਆਂ ਕਾਰਾਂ, ਅਸੀਂ ਇਸ ਪਾਸੋਂ ਜ਼ਰੂਰ ਸੁਖੀ ਹੋ ਗਏ, ਪਰ ਬੱਚਿਆਂ ਨੂੰ ਸਮਾਂ ਨਹੀਂ ਮਿਲਿਆ। ਬੱਚਿਆਂ ਵਾਲੇ ਪਾਸੇ ਅਸੀਂ ਦੁਖੀ ਹੋ ਗਏ, ਮੈਨੂੰ ਮਾਫ ਕਰ ਦਿਓ। ਤੇ ਇਹ ਲੋੜ ਹੈ ਅੱਜ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਹੀ, ਜਨਮ ਲੈਣ ਤੋਂ ਬਾਅਦ। ਸੋ ਜਿੱਥੇ ਦੁਨਿਆਵੀ ਵਿਦਿਆ ਪੜ੍ਹਾਉਣੀ ਉੱਥੇ ਗੁਰਮਤ ਦੀ ਵਿਦਿਆ ਦੇਣੀ ਨਾ ਭੁੱਲਿਓ। ਗੁਰਮਤ ਦੀ ਵਿਦਿਆ ਉਹਨਾਂ ਨੂੰ ਜਨਮ ਤੋਂ ਬਾਅਦ ਘਰ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ ਆਪਣੀ ਮਾਂ ਬੋਲੀ ਤੋਂ। ਆਪਣੀ ਮਾਂ ਬੋਲੀ ਨਾਲੋਂ ਨਾ ਟੁੱਟ ਜਾਇਓ। ਯਾਦ ਰੱਖਿਓ, ਜੇ ਮਾਂ ਨਾਲੋਂ ਟੁੱਟ ਗਏ, ਜਿਹੜਾ ਪਿਆਰ ਮਾਂ ਤੋਂ ਮਿਲਣਾ ਕਿਸੇ ਮਾਸੀਆਂ ਤਾਈਆਂ ਦੂਜੀਆਂ ਬੋਲੀਆਂ ਤੋਂ ਨਹੀਂ ਮਿਲਣਾ। ਸੋ ਸਾਡੀ ਮਾਂ ਹੈ ਸਾਡੀ ਪੰਜਾਬੀ ਬੋਲੀ, ਗੁਰਮੁਖੀ। ਜੇ ਇਹ ਬੱਚੀ ਇੱਥੇ ਜਨਮ ਲੈ ਕੇ 3-4 ਸਾਲਾਂ ਦੀ ਉਮਰ ਵਿੱਚ ਉਹ ਪਾਠ ਸ਼ੁਰੂ ਕਰ ਸਕਦੀ ਹੈ, ਅਕਸਰ ਉਹਨੂੰ ਪੰਜਾਬੀ ਸਭ ਕੁਝ ਸਿਖਾਇਆ ਹੀ ਨਾ, ਜੇ ਇਹ ਸਿੱਖ ਸਕਦੀ ਹੈ ਤੁਸੀਂ ਕਿਉਂ ਨਹੀਂ? ਅੱਜ ਸਾਡੇ ਬਹੁਤ ਬੱਚੇ ਐਸੇ ਨੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਗੱਲ ਨਹੀਂ ਕਰਨੀ ਆਉਂਦੀ। ਬੱਚਿਆਂ ਨੂੰ ਛੱਡੋ, ਵੱਡਿਆਂ ਨੂੰ ਪੰਜਾਬੀ ਵਿੱਚ ਸਹੀ ਨਹੀਂ ਗੱਲ ਕਰਨੀ ਆਉਂਦੀ। ਇਹ ਜ਼ਰੂਰੀ ਹੈ, ਮੈਂ ਇਹ ਨਹੀਂ ਕਹਿੰਦਾ ਜ਼ਰੂਰੀ ਸਾਨੂੰ ਇੱਥੇ ਦੂਸਰੀ ਸਾਰੀਆਂ ਇੰਗਲਿਸ਼ ਸਭ ਕੁਝ ਸਿੱਖਣਾ ਪਵੇਗਾ, ਪਰ ਯਾਦ ਰੱਖੋ ਮੁੱਖ ਸਾਡੀ ਹੈ ਮਾਂ। ਮਾਂ ਬੋਲੀ ਨਾਲੋਂ ਨਾ ਟੁੱਟਿਓ। ਬੱਚਿਆਂ ਨੂੰ ਛੋਟਿਆਂ ਤੋਂ ਲੈ ਕੇ ਜੋ ਕੁਝ ਸਿਖਾ ਦਿਓਗੇ ਛੋਟੇ ਬੱਚਿਆਂ ਨੂੰ, ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਗੁਰਮੰਤਰ ਸਿਖਾਓ। ਕੁਝ ਵੀ ਬੋਲਣ ਤੋਂ ਪਹਿਲਾਂ ਬੱਚਿਆਂ ਨੂੰ ਵਾਹਿਗੁਰੂ ਸਿਖਾਓ। ਤੇ ਉਹ ਜੋ ਕੁਝ ਤੁਸੀਂ ਇਹਨਾਂ ਦੇ ਦਿਮਾਗ ਵਿੱਚ, ਇਹਨਾਂ ਦੇ ਮੈਮਰੀ ਕਾਰਡ ਵਿੱਚ ਫਿੱਟ ਕਰ ਦਿੱਤਾ, ਸਾਰੀ ਉਮਰ ਨਹੀਂ ਭੁੱਲਣਗੇ। ਇਹ ਮੈਮਰੀ ਕਾਰਡ ਇਹਨਾਂ ਦਾ ਖਾਲੀ ਹੈ, ਜੋ ਮਰਜ਼ੀ ਭਰ ਦਿਓ, ਪਰ ਇਹ ਨਾ ਹੋਵੇ ਹੋਰ ਸਭ ਕੁਝ ਦੁਨੀਆ ਦਾ ਗੰਦ ਪਿਲ ਭਰਨ ਤੋਂ ਪਹਿਲਾਂ ਇਹਨਾਂ ਦੇ ਅੰਦਰ ਗੁਰਮਤ ਭਰ ਦਿਓ। ਸੋ ਇਹਨਾਂ ਨੂੰ 10 ਗੁਰੂਆਂ ਦੇ ਨਾਮ ਚੇਤੇ ਕਰਾ ਦਿਓ। ਮੈਨੂੰ ਮਾਫ ਕਰਿਓ, ਜਿਹੜੀ ਮਾਂ ਨੂੰ 10 ਗੁਰੂਆਂ ਦੇ ਨਾਮ ਨਹੀਂ ਚੇਤੇ, ਉਹ ਕੀ ਦੱਸੇਗੀ ਆਪਣੇ ਬੱਚੇ ਨੂੰ? ਜਿਹੜੀ ਮਾਂ ਨੂੰ ਇਹਨਾਂ ਕੇਸਾਂ ਦਾ, ਗੁਰੂ ਕੀ ਮੋਹਰ ਦਾ ਭਾਰ ਲੱਗਦਾ, ਜਿਹੜੀ ਮਾਂ ਨੂੰ ਅੱਖਾਂ ਦੇ ਵਾਲਾਂ ਦਾ ਭਾਰ ਲੱਗੀ ਜਾਂਦਾ, ਉਹ ਬੱਚੇ ਨੂੰ ਕੀ ਦੱਸੇਗੀ? ਲੋੜ ਹੈ ਆਪ ਮਾਂ ਨੂੰ ਚੇਤਾ ਰੱਖਣਾ ਚਾਹੀਦਾ। ਜੇ ਤੇਰਾ ਨਾਂ ਭੈਣ ਮੇਰੀ ਧੀਏ ਕੌਰ ਲੱਗਾ ਹੈ, ਤੂੰ ਗੁਰੂ ਗੋਬਿੰਦ ਸਿੰਘ ਦੀ ਧੀ ਹੈ, ਤੂੰ ਮਾਤਾ ਸਾਹਿਬ ਕੌਰ ਦੀ ਧੀ ਹੈ। ਚੇਤਾ ਰੱਖੀ, ਇਹ ਮੈਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਹਾਂ, ਤੇ ਮੈਂ ਆਪਣੀ ਮਾਂ ਮਾਤਾ ਸਾਹਿਬ ਕੌਰ ਦੀ ਧੀ ਹਾਂ। ਮੈਂ ਕਦੀ ਇਹਨਾਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਇਸ ਵਾਸਤੇ ਇਹਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਜਨਮ ਲੈਂਦਿਆਂ ਸਾਰੀ ਅੰਮ੍ਰਿਤ ਦੀ ਗੁੜਤੀ ਦੇਣੀ। ਇਹਨਾਂ ਨੂੰ ਮੂਲ ਮੰਤਰ, ਗੁਰਮੰਤਰ, 10 ਗੁਰੂਆਂ ਦੇ ਨਾਮ ਚੇਤੇ ਕਰਾਉਣਾ। ਗੁਰਦੁਆਰਿਆਂ ਵਿੱਚ ਕਲਾਸਾਂ ਲੱਗਦੀਆਂ ਨੇ, ਉੱਥੇ ਲੈ ਕੇ ਜਾਓ। ਇਹਨਾਂ ਨੂੰ ਕੀਰਤਨ ਸਿਖਾਓ।
ਇਹਨਾਂ ਨੂੰ ਜਿੰਨਾ ਹੁੰਦਾ ਵੱਧ ਤੋਂ ਵੱਧ ਬਾਣੀ ਸਿਖਾਈਏ। ਤੁਹਾਡੇ ਬੱਚੇ ਵੀ ਐਸੀ ਸਿੱਖਿਆ ਲੈ ਸਕਦੇ ਨੇ। ਉਹ ਬੱਚਾ ਜਨਮ ਤੋਂ ਪਹਿਲਾਂ ਉਹਦੀ ਮਾਂ ਨੇ ਪਾਠ ਕੀਤਾ ਤੇ ਉਹ ਬੱਚਾ ਜਨਮ ਤੋਂ ਬਾਅਦ ਵੀ ਉਹ ਜਿਹੜੀ ਉਹਦੇ ਨਾਲ ਸਾਰਾ ਸਤਿਗੁਰੂ ਦੀ ਕਿਰਪਾ ਨਾਲ ਕਹਿੰਦੇ ਕਦੀ ਨਹੀਂ ਉਠਾਇਆ, ਆਪਣੇ ਆਪ 4 ਵਜੇ ਉੱਠਦਾ। ਉਹ ਸਿੱਖਿਆ ਮਾਂ ਨੇ ਦਿੱਤੀ ਸੀ। ਮੇਰੀ ਉਹ ਭੈਣੋ, ਤੁਸੀਂ ਵੀ ਇਹ ਸਿੱਖਿਆ ਦੇ ਸਕਦੇ ਹੋ। ਲੋੜ ਹੈ ਜੇ ਇਸ ਬੱਚੀ ਨੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਤੁਸੀਂ ਕਿਉਂ ਨਹੀਂ ਦੇ ਸਕਦੇ? ਆਓ ਇਸ ਪਾਸੇ ਧਿਆਨ ਦਿਓ। ਯਾਦ ਰੱਖਿਓ, ਸਾਡਾ ਸੱਚਾ ਸੁੱਚਾ ਧਨ ਹੈ ਇਹ ਸਾਡੇ ਬੱਚੇ। ਸਾਡਾ ਧਨ ਜਿਹੜਾ ਜ਼ਰੂਰੀ ਇੱਥੇ ਕਮਾਉਣ ਵਾਸਤੇ ਆਏ ਆ ਉਹ ਸਾਡੇ ਬੱਚੇ ਨੇ। ਇਹਨਾਂ ਨੂੰ ਧਿਆਨ ਦਈਏ। ਰੋਟੀ ਖਾਣ ਦੀ ਗੱਲ ਹੈ, ਕਮਾਉਣ ਦੀ ਮਾਇਆ। ਉਹ ਅਸੀਂ ਰੋਟੀ ਖਾਂਦੇ ਸੀ ਇੰਡੀਆ ਵੀ। ਅੱਜ ਮੈਨੂੰ ਮਾਫ ਕਰਿਓ, ਕੋਠੀਆਂ ਸਾਡੀਆਂ ਬਹੁਤ ਸੋਹਣੀਆਂ ਪਾਈਆਂ ਨੇ ਇੰਡੀਆ ਵਿੱਚ, ਬਹੁਤ ਕੁਝ ਹੈ ਸਾਡੇ ਕੋਲ, ਪਰ ਅਸੀਂ ਦੁਖੀ ਹੋ ਗਏ। ਅੱਜ ਅਸੀਂ 50% ਤੋਂ ਵੱਧ ਦੁਖੀ ਆ। ਇਸ ਕਰਕੇ ਬੱਚੇ ਸਾਡੇ ਜਿਹੜੇ ਸੀ ਸਾਡੇ ਕਹਿਣ ਤੋਂ ਬਾਹਰ ਹੋ ਗਏ। ਬੱਚਿਆਂ ਦਾ ਨਹੀਂ ਕਸੂਰ, ਮਾਂ ਪਿਓ ਦਾ। ਲੋੜ ਹੈ ਇਹਨਾਂ ਨੂੰ ਮੁੱਢ ਤੋਂ ਲੈ ਕੇ, ਜਨਮ ਤੋਂ ਪਹਿਲਾਂ ਤੋਂ ਲੈ ਕੇ ਆਪ ਗੁਰੂ ਨਾਲ ਜੁੜੀਏ, ਆਪ ਗੁਰਮਤਿ ਦੇ ਧਾਰਨੀ ਹੋਈਏ, ਸਾਬਤ ਸੂਰਤ ਹੋਈਏ, ਗੁਰੂ ਵਾਲੇ ਬਣ ਜਾਈਏ। ਜ਼ਰੂਰ ਸਤਿਗੁਰੂ ਜੀ ਕਿਰਪਾ ਕਰਨਗੇ ਸਾਡੇ ਬੱਚੇ ਵੀ। ਜੇ ਸਿੱਖੀ ਘਰ ਵਿੱਚ ਆ ਗਈ, ਯਾਦ ਰੱਖਿਓ ਸਾਡੀ ਦਰਗਾਹ ਵਿੱਚ ਜੜ ਹਰੀ ਹੋ ਜੂ। ਕਲਗੀਧਰ ਪਾਤਸ਼ਾਹ ਆਖਦੇ ਨੇ ਜਿਸ ਘਰ ਵਿੱਚ ਸਿੱਖੀ ਆਉਂਦੀ ਦਰਗਾਹ ਵਿੱਚ ਜੜ ਹਰੀ ਹੈ। ਜੇ ਸਿੱਖੀ ਨਹੀਂ, ਦਰਗਾਹ ਵਿੱਚੋਂ ਜੜ ਸੁੱਕ ਜਾਂਦੀ ਹੈ। ਤੁਹਾਡੇ ਪਰਿਵਾਰ ਵਿੱਚੋਂ ਕੋਈ ਬੱਚਾ ਉੱਠਿਆ, ਉਹਨੇ ਸਿੱਖੀ ਧਾਰਨ ਕਰ ਲਈ, ਤੁਹਾਡੀ ਫਿਰ ਜੜ ਹਰੀ ਹੋ ਜਾਵੇਗੀ। ਸੋ ਇਸ ਤਰ੍ਹਾਂ ਹੀ ਇਹ ਬੱਚੀ ਮਨਸੁਖਪ੍ਰੀਤ ਕੌਰ, ਮੈਨੂੰ ਬੜੇ ਫੋਨ ਆਉਂਦੇ ਨੇ, ਜ਼ਰੂਰ ਲਿਆਓ ਫਿਰ ਬੱਚੀ ਨੂੰ। ਸੋ ਅੱਜ ਇਹ ਬੇਟੀ ਆਈ ਹੈ। ਮੈਂ ਤੁਹਾਨੂੰ ਹੋਰ ਕੁਝ ਪੁੱਛਣਾ ਚਾਹਾਂਗਾ। ਬੇਟਾ ਜੀ, ਤੁਸੀਂ ਸਤਿਗੁਰੂ ਜੀ ਦੀ ਬੜੀ ਕਿਰਪਾ, ਸਹਿਸਕ੍ਰਿਤੀ ਵਿੱਚੋਂ ਕੁਝ ਸੁਣਾਓਗੇ ਅੱਜ? ਹਾਂਜੀ। ਆ ਦੇਖੋ ਜੀ, ਸਹਿਸਕ੍ਰਿਤੀ ਜਿਹੜੀ ਔਖੀ ਮਹਿੰਗੀ ਬਾਣੀ ਹੈ, ਤੇ ਪਾਠੀ ਸਿੰਘ ਵੀ ਟਲਦੇ ਰਹਿੰਦੇ ਨੇ ਕਿਤੇ ਉੱਥੇ ਰੌਲ ਨਾ ਆ ਜਾਵੇ ਸਾਡੀ। ਤੇ ਉਹ ਸਹਿਸਕ੍ਰਿਤੀ ਆਪ ਬੇਟੀ ਮਨਸੁਖਪ੍ਰੀਤ ਕੌਰ ਤੋਂ ਸਰਵਣ ਕਰੋ ਜੀ। ਸ਼ਲੋਕ ਸਹਿਸਕ੍ਰਿਤੀ ਮਹਲਾ ਪਹਿਲਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੜ ਪੁਸਤਕ ਸੰਧਿਆ ਮਾਨੰ ਸੈਲ ਪੂਜਾ ਸੁਗਲ ਸਮਾਦੰ। ਭੁਖ ਝੂਠ ਵੀ ਭੁੱਖੰ ਸਾਰੰ ਤ੍ਰੈ ਪਾਦ ਤੇ ਹਾਲ ਵਿਚਾਰੰ। कल माला तद कलिलाटं तुई तोती बिस्तर कपाटं। जो जानस ब्रह्मं कर्मं तब फोकस निश्चय कर्मं। कौ नानक निश्चय ते आवे बिन सतगुरु बाढ़ ना पावे। नेफलंग तसे जन्म से जावद ब्रह्मं न बिंदते सागरं संसार से। गुरु पर सदीन तरहेंगे करण कारण समर्थ है। कहो नानक विचार कारण करते वस है। जिनकल रखी तार जोग सबने ज्ञान सबने वेद सबने तब ब्राह्मण है। खत्री शब्दंग सूदर शब्द सूदर शब्दंग प्राकृत है। सर्व शब्दंग ता एक शब्दंग जे कोई जानस पे नानक ता को दास है। सोई निरंजन देव एक कृष्णंग ता सर्व देवा। देव देवता आत्मा आत्मंग श्री वासुदेव से। जे कोई जानस पे नानक ता को दास है। सोई निरंजन देव। ਵਾਹ ਜੀ। ਤੁਸੀਂ ਆਪਣਾ ਸਮਾਂ ਥੋੜਾ ਹੀ ਰਹਿ ਗਿਆ ਖਤਮ ਹੋਣ ਵਾਲਾ। ਕੀ ਸੁਨੇਹਾ ਦਿਓਗੇ? ਤੁਸੀਂ ਸਹਿਜ ਪਾਠ ਕਰਦੇ ਹੋ, ਕੀ ਸਾਰਿਆਂ ਨੂੰ ਕਰਨਾ ਚਾਹੀਦਾ? ਤੁਸੀਂ ਕੀ ਸੁਨੇਹਾ ਆਪਣੇ ਵੱਲੋਂ ਸਰੋਤਿਆਂ ਨੂੰ ਦਿਓਗੇ ਮਨਸੁਖਪ੍ਰੀਤ ਕੌਰ? ਆਓ ਰੋਜ਼ਾਨਾ ਸਹਿਜ ਪਾਠ ਕਰੀਏ ਤੇ ਵਿਚਾਰੀਏ। ਆਪਾਂ ਸਾਰੇ ਸਿੱਖ ਹਾਂ। ਸਾਨੂੰ ਸੰਤ ਤੇ ਅੰਮ੍ਰਿਤ ਛਕਣਾ ਚਾਹੀਦਾ ਹੈ ਅਤੇ ਸੰਤ ਤੇ ਸਿਪਾਹੀ ਬਣਨਾ ਚਾਹੀਦਾ ਹੈ। ਸੰਤ ਦਾ ਭਾਵ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਹੈ। ਸਿਪਾਹੀ ਦਾ ਭਾਵ ਘੋੜ ਸਵਾਰੀ, ਗੱਤਕਾ ਖੇਡਣਾ ਅਤੇ ਤੀਰ ਕਮਾਨ ਵੀ ਚਲਾਉਣਾ ਚਾਹੀਦਾ ਹੈ। ਤੁਸੀਂ ਚਲਾ ਲੈਂਦੇ ਤੀਰ ਕਮਾਨ? ਹਾਂਜੀ। ਵਾਹ ਜੀ ਵਾਹ। ਘੋੜਸਵਾਰੀ ਵੀ ਤੁਸੀਂ ਲਾਈਕ ਕਰਦੇ? ਹਾਂਜੀ। ਠੀਕ ਹੈ ਠੀਕ ਹੈ ਠੀਕ। ਆ ਸੁਣ ਲਓ ਜੀ, ਜਿਹੜਾ ਆਪਾਂ ਨੂੰ ਸੁਨੇਹਾ ਦਿੱਤਾ ਹੈ ਬਈ ਸਾਨੂੰ ਸੰਤ ਤੇ ਸਿਪਾਹੀ ਬਣਨਾ ਚਾਹੀਦਾ। ਸੰਤ ਦਾ ਭਾਵ ਕੀ ਦੱਸਿਆ ਤੁਸੀਂ? ਸੇਵਾ ਤੇ ਸਿਮਰਨ ਕਰਨਾ। ਠੀਕ ਹੈ ਜੀ। ਕਿਉਂ ਸੇਵਾ ਤੇ ਸਿਮਰਨ ਸਾਡਾ ਜ਼ਰੂਰੀ ਇਹ ਅੰਗ ਨੇ। ਸੇਵਾ ਬਾਰੇ ਮਹਾਰਾਜ ਜਗਾ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਦੁਨੀਆ ਵਿੱਚ ਕੀਤੀ ਹੋਈ ਸੇਵਾ ਜਿਹੜੀ ਸਾਡੇ ਉਹ ਦਰਗਾਹ ਵਿੱਚ ਸਾਨੂੰ ਮਾਣ ਪ੍ਰਾਪਤ ਹੁੰਦਾ। ਸਭ ਤੋਂ ਵੱਡੀ ਸੇਵਾ ਕਿਹੜੀ ਹੈ? ਮਾਂ ਪਿਓ ਦੀ। ਇਹ ਗੱਲ ਚੇਤੇ ਰੱਖਿਓ। ਜੇ ਤੁਹਾਡੇ ਬਜ਼ੁਰਗ ਮਾਤਾ ਪਿਤਾ ਘਰੇ ਨੇ, ਇਹ ਸਿਆਣੇ ਆਖਿਆ ਕਰਦੇ ਸੀ ਜਿਨ੍ਹਾਂ ਦੇ ਮਾਤਾ ਪਿਤਾ ਘਰੇ ਨੇ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਤੇ ਬੀਬੀਆਂ ਵਾਸਤੇ ਪਤੀ ਨੂੰ ਪਰਮੇਸ਼ਰ ਸਮਝਣਾ, ਪਰ ਪਤੀਆਂ ਦਾ ਵੀ ਫਰਜ਼ ਬਣਦਾ ਹੈ
ਕਿ ਆਪਣੀ ਸਿੰਘਣੀ ਨੂੰ ਸਤੀ ਸਿੰਘਣੀ ਕਰਕੇ ਜਾਣਨਾ। ਤੇ ਮਾਤਾ ਪਿਤਾ ਦੀ ਸੇਵਾ ਇੰਨੀ ਜ਼ਰੂਰੀ ਹੈ। ਭਾਈ ਗੁਰਦਾਸ ਜੀ ਆਖਦੇ ਨੇ ਬੰਦਾ ਕਿੱਡੇ ਵੱਡੇ ਅਹੁਦੇ ਤੇ ਪਹੁੰਚ ਜਾਵੇ, ਤੀਰਥਾਂ ਤੇ ਜਾਵੇ, ਭਾਵੇਂ ਪੁੰਨ ਦਾਨ ਕਰ ਲਵੇ, ਪਰ ਜੇ ਉਹ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਜਾਣੇ ਅਗਿਆਨੀ, ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਤੇਰੇ ਨਾਲੋਂ ਵੱਡਾ ਬੇਈਮਾਨ ਕੋਈ ਨਹੀਂ। ਯਾਦ ਰੱਖਿਓ, ਜੇ ਅੱਜ ਅਸੀਂ ਮਾਂ ਪਿਓ ਦੀ ਸੇਵਾ ਨਹੀਂ ਕਰ ਰਹੇ, ਤੁਹਾਡੀ ਕਾਪੀ, ਸਾਡੀ ਕਾਪੀ, ਸਾਡੇ ਬੱਚੇ ਕਰ ਰਹੇ ਨੇ, ਤੁਹਾਡੀ ਸੇਵਾ ਨਹੀਂ ਹੋਵੇਗੀ। ਮਾਂ ਪਿਓ ਸਾਡੇ ਆਸਰਿਆਂ 'ਚ ਰੁਲਦੇ ਫਿਰਦੇ ਨੇ, ਅਸੀਂ ਚੌਧਰੀ ਬਣੇ ਫਿਰਦੇ ਹਾਂ, ਕੁਝ ਮਰਜ਼ੀ ਕਰੀ ਜਾਓ। ਸਭ ਤੋਂ ਵੱਡੀ ਸੇਵਾ ਹੈ ਆਪਣੇ ਮਾਂ ਪਿਓ ਦੀ, ਦੇਸ਼ ਕੌਮ ਦੀ, ਧਰਮ ਦੀ, ਗੁਰੂ ਦੀ ਸੰਗਤ ਦੀ ਸੇਵਾ। ਇਹ ਬਹੁਤ ਜ਼ਰੂਰੀ ਹੈ, ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ। ਸੇਵਾ ਦੇ ਨਾਲ ਸਿਮਰਨ, ਸੋ ਇਹ ਦੋਨੇ ਜਿਹੜੇ ਜ਼ਰੂਰੀ ਨੇ, ਸੇਵਾ ਤੇ ਸਿਮਰਨ ਸਾਨੂੰ ਕਰਨਾ ਚਾਹੀਦਾ। ਸੇਵਾ ਸਿਮਰਨ ਦੇ ਨਾਲ ਨਾਲ ਆਪਣਾ ਜੀਵਨ ਬਣਾਉਣਾ, ਬਾਣੀ ਤੇ ਬਾਣੀ ਦੇ ਧਾਰਨੀ ਹੋਣਾ, ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ, ਇਹ ਹਰ ਸਿੱਖ ਵਾਸਤੇ ਜ਼ਰੂਰੀ। ਸਿੱਖ ਦੀ ਰਹਿਤ ਹੀ ਪਹਿਲੀ ਇਹੋ ਹੈ। ਸਿੱਖ ਅਸੀਂ ਠੀਕ ਹੈ ਗੱਲਾਂ ਨਾਲ ਜਿਵੇਂ ਮਰਜ਼ੀ ਕਹੀ ਜਾਈਏ, ਪਰ ਗੁਰੂ ਨੂੰ ਪੁੱਛੀਏ ਮਹਾਰਾਜ ਸਿੱਖ ਕੌਣ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ, ਤੇ ਉਹ ਸਾਰਾ ਕੁਝ ਹੁਣ ਸਮਾਂ ਨਹੀਂ ਆਪਣੇ ਕੋਲ। ਸੋ ਬਹੁਤ ਬਹੁਤ ਧੰਨਵਾਦ ਹੈ। ਸੋ ਸਿੰਘਣੀ ਮਨਸੁਖ ਪ੍ਰੀਤ ਕੌਰ ਖਾਲਸਾ ਦਾ ਚੈਨਲ ਤੇ ਆਇਆ, ਜੀ ਆਇਆ। ਸੋ ਫਿਰ ਵੀ ਅਸੀਂ ਉਡੀਕ ਕਰਾਂਗੇ। ਤੇ ਜਿਹੜਾ ਸੁਨੇਹਾ ਦਿੱਤਾ ਬੇਟੀ ਨੇ ਵੀ ਹਰ ਸਿੱਖ ਨੂੰ ਸਹਿਜ ਪਾਠ ਕਰਨਾ ਚਾਹੀਦਾ, ਆਪਣੇ ਜੀਵਨ ਵਿੱਚ ਇਹ ਵਿਚਾਰ ਲਓ ਕਿ ਮੈਂ ਆਪਣੇ ਜੀਵਨ ਦੇ ਵਿੱਚ ਸਹਿਜ ਪਾਠ ਕਰਨਾ ਹੀ ਕਰਨਾ ਹੈ। ਸਹਿਜ ਪਾਠ ਆਪ ਕਰਿਆ ਕਰੋ, ਭਾਵੇਂ ਰੋਜ਼ ਦਾ ਇੱਕ ਪੰਨਾ ਹੀ ਅਸੀਂ ਪੜ੍ਹੀਏ। ਸਹਿਜ ਪਾਠ ਪ੍ਰਾਰੰਭ ਕਰ ਲਓ, ਗੁਰੂ ਘਰ ਆਰੰਭ ਕਰ ਦਿਓ, 5 ਪੌੜੀਆਂ ਪੜ੍ਹ ਕੇ ਘਰੇ। ਅੱਜ ਤਾਂ ਬੇਸ਼ੱਕ ਤੁਸੀਂ ਪੋਥੀਆਂ ਤੋਂ, ਭਾਗਾਂ ਤੋਂ ਕਰ ਲਓ, ਆਪਣੇ ਲੈਪਟਾਪ ਤੋਂ ਕਿਤੋਂ ਵੀ ਪਾਠ ਕਰੋ, ਪਰ ਹਰ ਸਿੱਖ ਨੂੰ ਪਾਠ ਕਰਨਾ ਚਾਹੀਦਾ। ਇਹ ਪੱਕਾ ਧਾਰ ਲਈਏ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਦਾ ਭੋਗ ਪਾਉਣਾ ਹੀ ਪਾਉਣਾ। ਪਰ ਅੱਜ ਸਾਡੀ ਲਾਈਫ ਇੰਨੀ ਬਿਜੀ ਹੈ ਕਿ ਅਸੀਂ ਪਾਠ ਕਰਾਉਂਦੇ ਤਾਂ ਬਹੁਤ ਹਾਂ, ਪਰ ਸੁਣਦੇ ਨਹੀਂ। ਯਾਦ ਰੱਖਿਓ, ਇੰਨੇ ਪਾਠ ਹੋ ਰਹੇ ਨੇ, ਗ੍ਰੰਥੀ ਸਿੰਘ ਮਿਲ ਨਹੀਂ ਰਹੇ ਸਾਨੂੰ। ਗੁਰੂ ਘਰਾਂ ਵਿੱਚ, ਹਰ ਗੁਰੂ ਘਰ ਵਿੱਚ 5-5 ਪਾਠ, 6-6 ਪਾਠ, ਤੇ ਉਹ ਸਾਰੇ ਕਰਾਈ ਜਾਂਦੇ ਆ। ਸਾਡੇ ਕੋਲ ਇੰਨੇ ਬਿਜੀ ਹੁੰਦੇ ਆ ਵੀ ਪਹਿਲੀ ਗੱਲ ਦਾ ਸਮਾਂ ਹੀ ਨਹੀਂ। ਭੋਗ ਵਾਲੇ ਦਿਨਾਂ ਜੇ ਆਉਣਾ ਵੀ ਉਹ ਫਿਰ ਰਿਸ਼ਤੇਦਾਰ ਸਾਰੇ ਆਏ ਹੁੰਦੇ ਨੇ, ਉਹਨਾਂ ਨੂੰ ਸੰਭਾਲਣਾ ਵੀ ਹੈ, ਜੀ ਆਇਆ ਆਖਣਾ, ਪਾਣੀ ਵੱਲ ਸਾਡਾ ਧਿਆਨ ਨਹੀਂ। ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਵਿੱਚ ਸ਼ਾਮਲ ਹਾਂ, ਕਿਉਂ ਮੈਂ ਇਹ ਸਾਰਾ ਕੁਝ ਡਿਊਟੀ ਨਿਭਾ ਕੇ ਦੇਖਿਆ। ਇਸ ਵਾਸਤੇ ਪਿਆਰਿਓ, ਬਾਣੀ ਸੁਣਨੀ, ਆਪ ਪੜ੍ਹਨੀ ਅਤਿਅੰਤ ਜ਼ਰੂਰੀ ਹੈ। ਜੇ ਪ੍ਰਸ਼ਾਦਾ ਦੂਜਾ ਛਕ ਲਵੇ ਸਾਨੂੰ ਕਿਵੇਂ ਅਸਰ ਹੋਵੇਗਾ। ਇਸ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਅਕਾਲ ਚੈਨਲ ਨੇ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਜਿੱਥੇ ਮਹਾਰਾਜ ਦੀ ਕਿਰਪਾ ਨਾਲ ਸਹਿਜ ਪਾਠ ਚੱਲ ਰਹੇ ਨੇ, ਰੋਜ਼ਾਨਾ 2 ਤੋਂ 3 ਹੁੰਦੇ ਨੇ। ਪਿਆਰਿਓ, ਆਓ ਆਪ ਵੀ ਇਸ ਵਿੱਚ ਹਿੱਸਾ ਪਾਓ, ਪਾਠ ਕਰਨ ਵਿੱਚ ਵੀ ਹਿੱਸਾ ਲੈ ਸਕਦੇ, ਤੇ ਬਾਣੀ ਸੁਣਿਆ ਜ਼ਰੂਰ ਕਰਿਆ ਕਰੋ। ਜਿੰਨੇ ਸਾਡੇ ਘਰੇ ਬੈਠੇ ਨੇ, ਬਾਣੀ ਸੁਣਨ ਦਾ ਵੱਡਾ ਪੁੰਨ ਹੈ। ਬੇਟੀ ਵੱਲੋਂ ਸੁਨੇਹਾ ਹੈ ਕਿ ਸਿੱਖੀ ਧਾਰਨ ਕਰੀਏ, ਅੰਮ੍ਰਿਤ ਛਕੇ, ਗੁਰੂ ਵਾਲੇ ਬਣੀਏ। ਜੋ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਹੈ, ਅੰਮ੍ਰਿਤ ਗੁਰ ਤੇ ਪਾਇਆ, ਆਪ ਜੀ ਹਰ ਸੈਟਰਡੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਸਰਵਣ ਕਰਦੇ ਹੋ। ਆਓ ਪਿਆਰਿਓ, ਆਪ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਓ, ਤੇ ਆਪ ਵੀ ਇਹ ਹਿੱਸਾ ਲੈ ਕੇ ਸੰਗਤਾਂ ਨੂੰ ਦੱਸੋ ਤੁਹਾਨੂੰ ਗੁਰੂ ਵਾਲੇ ਬਣ ਕੇ, ਗੁਰਮਤਿ ਵਾਲੇ ਪਾਸੇ ਆ ਕੇ ਜ਼ਿੰਦਗੀ ਵਿੱਚ ਕੀ ਪ੍ਰਾਪਤ ਹੋਇਆ, ਕੀ ਲਾਹਾ ਮਿਲਿਆ। ਦੂਜਿਆਂ ਨੂੰ ਵੀ ਦੱਸੀਏ। ਅੱਜ ਸਾਡੇ ਬਹੁਤ ਵੀਰ ਭੈਣ ਜਿਹੜੇ ਆਪਣੇ ਰਾਹ ਤੋਂ ਭੁੱਲ ਕੇ, ਸੋ ਮਾੜੀ ਸੰਗਤ ਕਰਕੇ, ਸੋ ਹੋਰ ਪਾਸੇ ਚਲੇ ਗਏ ਨੇ, ਉਹਨਾਂ ਨੂੰ ਵੀ ਆਪਾਂ ਪ੍ਰੇਰ ਕੇ ਆਪਣੇ ਗੁਰੂ ਵਾਲੇ ਪਾਸੇ ਲਿਆਈਏ। ਆਪ ਇਹ ਲੋਕ ਸੁਖੀ ਪਰਲੋਕ ਸੇਲੇ, ਆਪ ਵੀ ਆਪਣਾ ਜੀਵਨ, ਸਤਿਗੁਰੂ ਜੀ ਦਾ ਸਾਡੇ ਵਾਸਤੇ ਹੁਕਮ ਹੀ ਹੈ। ਕਿੰਨੇ ਪਿਆਰ ਨਾਲ ਮਹਾਰਾਜ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਲੋ, ਹਰ ਹਰ ਕਥਾ ਨਿਰਾਲੀ। ਸੋ ਇਹਨਾਂ ਕੁਝ ਕਹਿੰਦੇ ਹੋਏ ਆਪ ਜੀ ਤੋਂ ਖਿਮਾ ਦੇ ਜਾਚਕਾਂ ਜੀ। ਬੋਲਦਿਆਂ ਕੁਝ ਵੱਧ ਘੱਟ ਬੋਲਿਆ ਗਿਆ ਹੋਇਆ, ਆਪ ਜੀ ਜ਼ਰੂਰ ਖਿਮਾ ਕਰੋਗੇ। ਸੋ ਬੇਟੀ ਵੇਖੋ ਕਿੰਨੀਆਂ ਪਿਆਰੀਆਂ ਫੋਟੋ ਵੀ ਵਿਖਾ ਰਹੀ ਹੈ, ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਦੀ। ਆਪ ਘੋੜ ਸਵਾਰੀ ਕਰ ਰਹੀ ਹੈ, ਆਪ ਵੀ ਕਰਿਆ ਕਰੋ ਜੀ। ਤੁਸੀਂ ਵੀ ਜਦੋਂ ਜਾਓ ਜ਼ਰੂਰ ਇੰਡੀਆ ਬੱਚਿਆਂ ਨੂੰ ਦਰਸ਼ਨ ਕਰਾਇਆ ਕਰੋ। ਇਸ ਖਾਸ ਕਰਕੇ ਜ਼ਰੂਰ ਹੈ, ਆ ਸਾਡੇ ਬੱਚੇ ਸਾਡੀ ਧਰਤੀ ਨਾਲ, ਸੋ ਸਾਡੇ ਇਤਿਹਾਸ ਨਾਲ, ਉਹ ਗੁਰੂਆਂ ਦੀ ਧਰਤੀ, ਇਹਨਾਂ ਨੂੰ ਜ਼ਰੂਰ ਯਾਤਰਾ ਕਰਾਇਆ ਕਰੋ ਜੀ। ਭੁੱਲਾਂ ਦੀ ਖਿਮਾ ਮੰਗਦੇ ਹੋਏ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਸਾਰੇ ਪਿਆਰ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।